Welcome again to my YouTube channel Chima's E-Gyan Hut. Video we have a deliberation on steps of construction of achievement test, in which we have discussed step 1 and preparation of blueprint. Now we will move forward and discuss the rest of the steps of test construction. ਦੁਬਾਰਾ ਦੇਖਦੇ ਹਾਂ ਹੋਰ ਇਹਦੇ ਵਿੱਚ ਕੀ ਕਰਨ ਵਾਲਾ ਹੈ। ਕੱਲ੍ਹ ਅਸੀਂ ਬਲੂਪ੍ਰਿੰਟ ਕੀਤਾ, ਮੈਨੂੰ ਹੋਪ ਹੈ ਕਿ ਸਾਰਿਆਂ ਨੂੰ ਥੋੜ੍ਹਾ ਬਹੁਤ ਸਮਝ ਆ ਗਿਆ ਹੋਣਾ। ਜੇ ਕੋਈ ਕੁਐਸਚਨ ਕੱਲ੍ਹ ਨਹੀਂ ਵੀ ਸਮਝ ਆਇਆ ਤਾਂ ਹੁਣ ਤੁਸੀਂ ਕਰ ਸਕਦੇ ਹੋ, ਜਾਂ ਤੁਸੀਂ ਦੁਬਾਰਾ ਉਸ ਨੂੰ ਰੀਥਿੰਕ ਕੀਤਾ ਹੋਵੇ ਕੋਈ ਕੁਐਸਚਨ, ਜਾਂ ਤੁਸੀਂ ਕੰਮ ਕਰ ਰਹੇ ਹੋ ਸੈਸ਼ਨ ਵਰਕ 'ਤੇ ਅਤੇ ਤੁਹਾਨੂੰ ਲੱਗਿਆ ਹੋਵੇ ਕਿ ਨਹੀਂ ਯਾਰ ਹਾਲੇ ਆਹ ਚੀਜ਼ 'ਚ ਕਨਫਿਊਜ਼ਨ ਹੈਗਾ, ਤਾਂ ਉਹ ਵਾਲਾ ਕਨਫਿਊਜ਼ਨ ਤੁਸੀਂ ਸਾਨੂੰ ਦੱਸ। ਅਸੀਂ ਥਰਡ ਸਟੈਪ ਵੱਲ ਚੱਲਾਂਗੇ ਅੱਜ। ਤਾਂ ਥਰਡ ਸਟੈਪ ਦੇ ਵਿੱਚ ਹੈ ਪ੍ਰੈਪਰੇਸ਼ਨ ਆਫ ਫਸਟ ਡਰਾਫਟ ਆਫ ਦਾ ਟੈਸਟ। ਡਰਾਫਟ ਜਿਹੜਾ ਹੈ, ਜਦੋਂ ਅਸੀਂ ਤਿਆਰ ਕਰਦੇ ਹਾਂ, ਮਤਲਬ ਪਹਿਲੀ ਵਾਰ ਤੁਸੀਂ ਕੁਐਸਚਨ ਪੇਪਰ ਲਿਖਣਾ ਸ਼ੁਰੂ ਕਰਦੇ ਹੋ, ਤਾਂ ਉਹਦੇ ਵਿੱਚ ਦੋ ਸਟੇਜਸ ਹੁੰਦੀਆਂ ਨੇ। ਪਹਿਲੀ ਸਟੇਜ ਹੁੰਦੀ ਹੈ ਕਿ ਆਈਟਮ ਕੰਸਟਰਕਸ਼ਨ, ਮਤਲਬ ਯੂ ਹੈਵ ਟੂ ਪ੍ਰੀਪੇਅਰ ਦਾ ਕੁਐਸਚਨ ਔਰ ਐਨੀ ਆਈਟਮ ਫਾਰ ਦਾ ਅਚੀਵਮੈਂਟ ਟੈਸਟ, ਹੈ ਨਾ। ਤਾਂ ਦੂਸਰਾ ਹੁੰਦਾ ਹੈ ਕਿ ਆਈਟਮ ਅਰੇਂਜਮੈਂਟਸ ਕਰਨੀਆਂ ਹੁੰਦੀਆਂ ਨੇ। ਦੋਨਾਂ ਦੇ ਅਲੱਗ-ਅਲੱਗ ਏਰੀਆ ਨੇ। ਜਦੋਂ ਅਸੀਂ ਪ੍ਰੀਲਿਮਿਨਰੀ ਡਰਾਫਟ ਕਰਦੇ ਹਾਂ, ਉਹਦੀ ਫਿਰ ਜਿਹੜਾ ਹੈ ਕਈ ਵਾਰ ਕੁਐਸਚਨ ਜਿਹੜੇ ਹੈਗੇ ਆ ਉਹ ਅਸੀਂ ਫਾਈਨਲ ਡਰਾਫਟ ਨਾਲੋਂ ਜ਼ਿਆਦਾ ਰੱਖਦੇ ਹਾਂ, ਕਿਉਂਕਿ ਸਾਨੂੰ ਇਹ ਨਹੀਂ ਪਤਾ ਹੁੰਦਾ ਕਿ ਕਿਹੜਾ ਜਿਹੜਾ ਹੈ ਈਜ਼ੀ ਡਿਫੀਕਲਟੀ ਲੈਵਲ ਜਿਹਦਾ ਘੱਟ ਹੋ ਜਾਵੇ, ਕਿਸੇ ਦਾ ਬਹੁਤ ਜ਼ਿਆਦਾ ਹੋ ਜਾਵੇ ਡਿਫੀਕਲਟੀ ਲੈਵਲ, ਅਤੇ ਬੱਚਾ ਹੁਣ ਸਾਰੀ ਕਲਾਸ ਉਹਨਾਂ ਅਟੇਨ ਹੀ ਨਾ ਕਰਦੀ ਹੋਵੇ, ਅਤੇ ਉਸ ਨੂੰ ਅਸੀਂ ਜਿਹੜਾ ਹੈ ਮਤਲਬ ਬੱਚੇ ਜਦੋਂ ਅਟੈਂਪਟ ਨਾ ਕਰਨ ਤਾਂ ਫਿਰ ਸਾਨੂੰ ਉਹਨੂੰ ਰਿਮੂਵ ਕਰਨਾ ਪਏਗਾ। ਤਾਂ ਇਸ ਕਰਕੇ ਸਾਨੂੰ ਜਦੋਂ ਆਈਟਮ ਕੰਸਟਰਕਸ਼ਨ ਕਰਨੀਆਂ ਨੇ, ਪ੍ਰੀਲਿਮਿਨਰੀ ਡਰਾਫਟ ਅਤੇ ਫਾਈਨਲ ਡਰਾਫਟ ਦੇ ਤੱਕ ਪਹੁੰਚਣਾ ਹੁੰਦਾ। ਪ੍ਰੀਲਿਮਿਨਰੀ ਡਰਾਫਟ ਜਦੋਂ ਅਸੀਂ ਤਿਆਰ ਕਰਦੇ ਹਾਂ, ਫਿਰ ਉਹਦੇ ਅੱਛੀ ਸਕੀਮ ਆਫ ਚੋਇਸ ਜਿਹੜੀ ਹੈ ਉਹ ਵੀ ਅਸੀਂ ਦਿੰਦੇ ਹਾਂ, ਜਾਂ ਆਪਸ਼ਨ ਸਕੀਮ ਵੀ ਦਿੰਦੇ ਹਾਂ। ਜਿਵੇਂ ਤੁਹਾਡੇ ਬੀਐਡ ਦੇ ਫਸਟ ਯੂਨਿਟ ਅਤੇ ਸੈਕੰਡ ਯੂਨਿਟ, ਥਰਡ, ਫੋਰਥ ਦੇ ਵਿੱਚ ਦੋ ਕੁਐਸਚਨ ਆਉਂਦੇ ਆ, ਲੌਂਗ ਆਨਸਰ ਉਹਦੇ ਵਿੱਚੋਂ ਇੱਕ ਕਰਨਾ ਹੁੰਦਾ ਹੈ, ਠੀਕ ਹੈ। ਇਸੇ ਤਰ੍ਹਾਂ ਜਦੋਂ ਅਸੀਂ ਸਕੂਲ ਲੈਵਲ 'ਤੇ ਕੰਮ ਕਰਦੇ ਹਾਂ, ਤਾਂ ਸਾਨੂੰ ਹਰ ਯੂਨਿਟ 'ਚੋਂ ਕੁਛ ਚੋਇਸ, ਕਿਤੇ ਚੋਇਸ ਦੇਣੀ ਹੁੰਦੀ ਹੈ, ਕਿਤੇ ਨਹੀਂ ਦੇਣੀ ਹੁੰਦੀ ਹੈ, ਤਾਂ ਉਹ ਸਾਰਾ ਸਾਨੂੰ ਦੇਖਣਾ ਹੋਏਗਾ। ਅਤੇ ਨਾਲ ਹੀ ਜਦੋਂ ਅਸੀਂ ਡਰਾਫਟ ਤਿਆਰ ਕਰਦੇ ਹਾਂ ਤਾਂ ਉਹਦਾ ਸਕੋਰਿੰਗ ਕੀ ਵੀ ਤਿਆਰ ਕਰਨੀ ਹੁੰਦੀ ਹੈ। ਜੇ ਆਬਜੈਕਟਿਵ ਟਾਈਪ ਟੈਸਟ ਹੈ ਤਾਂ ਤੁਹਾਨੂੰ ਇਹ ਦੱਸਣਾ ਪਏਗਾ, ਮੰਨ ਲਓ ਮਲਟੀਪਲ ਚੋਇਸ ਕੁਐਸਚਨ ਨੇ, ਅਤੇ ਤੁਹਾਨੂੰ ਦੱਸਣਾ ਪਏਗਾ ਕਿ ਪਹਿਲੇ ਕੁਐਸਚਨ ਦਾ ਆਨਸਰ ਕੀ ਹੈ, ਏ ਹੈ, ਬੀ ਹੈ, ਸੀ ਹੈ, ਡੀ ਹੈ। ਤਾਂ ਉਹ ਨਾਲ ਹੀ ਜੇਕਰ ਏ ਹੈ ਤਾਂ ਤੁਸੀਂ ਉਹਦੇ ਮਾਰਕਸ ਕਿੰਨੇ ਦਿੱਤੇ ਹੈ, ਤਾਂ ਸਾਨੂੰ ਸਕੋਰਿੰਗ ਕੀ ਉਹਦੀ ਤਿਆਰ ਕਰਨੀ ਹੁੰਦੀ ਹੈ। ਫਿਰ ਜਦੋਂ ਅਸੀਂ ਦੇਖਦੇ ਹਾਂ ਉਹਦੀ ਡਿਫੀਕਲਟੀ ਲੈਵਲ ਡਿਸਾਈਡ ਕਰਨ ਤੋਂ ਬਾਅਦ ਸਾਨੂੰ ਪਤਾ ਲੱਗਦਾ ਹੈ ਕਿ ਕਿਹੜਾ ਰੱਖਣਾ ਹੈ ਆਈਟਮ, ਕਿਹੜੀ ਨਹੀਂ ਰੱਖਣੀ। ਤਾਂ ਫਾਈਨਲ ਡਰਾਫਟ 'ਚ ਨੰਬਰ ਜਿਹੜੇ ਨੇ ਕੁਐਸਚਨ ਦੇ ਕਈ ਵਾਰ ਘੱਟ ਜਾਂਦੇ ਆ, ਕਈ ਵਾਰ ਸੇਮ ਵੀ ਰਹਿ ਜਾਂਦੇ ਆ। ਤਾਂ ਦੂਸਰੇ ਪਾਸੇ ਜਦੋਂ ਅਸੀਂ ਕਹਿੰਦੇ ਹਾਂ ਵੀ ਆਈਟਮ ਅਰੇਂਜਮੈਂਟ ਕਿਵੇਂ ਕਰਨੀ ਹੈ, ਡਿਫਰੈਂਟ ਪ੍ਰਿੰਸੀਪਲਸ ਹੈਗੇ ਆ ਆਈਟਮ ਅਰੇਂਜਮੈਂਟ ਦੇ। ਇੱਕ ਹੁੰਦਾ ਕਿ ਸਾਰੀਆਂ ਆਈਟਮ ਦੀ ਡਿਫੀਕਲਟੀ ਲੈਵਲ ਇੱਕੋ ਹੀ ਹੋਵੇ। ਦੂਸਰਾ ਹੁੰਦਾ ਹੈ ਕਿ ਇਨਕਰੀਜ਼ਿੰਗ ਆਰਡਰ, ਸਭ ਤੋਂ ਸਿੰਪਲ ਪਹਿਲਾਂ ਦਿਓ ਅਤੇ ਤਾਂ ਉਸ ਤੋਂ ਬਾਅਦ ਡਿਫੀਕਲਟੀ ਲੈਵਲ ਵਧਾਉਂਦੇ ਜਾਓ। ਅਸੈਂਡਿੰਗ ਆਰਡਰ 'ਚ ਹੋਵੇ, ਇਨਕਰੀਜ਼ਿੰਗ ਆਰਡਰ 'ਚ ਹੋਵੇ, ਕਿ ਅਗਲੇ ਦਾ ਹੋਰ ਲਾਸਟ ਤੱਕ ਜਾਂਦੇ ਆ। ਜਿਵੇਂ ਤੁਸੀਂ ਉਹ ਕੌਣ ਬਣੇਗਾ ਕਰੋੜਪਤੀ 'ਚ ਦੇਖਦੇ ਹੋ, ਪਹਿਲਾਂ ਬੜੇ ਬੇਸਿਕ ਜਿਹੇ ਕੁਐਸਚਨ ਹੁੰਦੇ ਆ, ਪਹਿਲੇ 2 3 4, ਉਸ ਤੋਂ ਬਾਅਦ ਜਿਵੇਂ ਉਹ 15ਵੇਂ ਕੁਐਸਚਨ ਵੱਲ ਨੂੰ ਵੱਧਦੇ ਆ ਜਾਂ ਲਾਸਟ ਸਟੇਜ ਵੱਲ ਨੂੰ ਜਾਂਦੇ ਆ, ਤਾਂ ਉਹ ਕੁਐਸਚਨ ਹਾਰਡ ਹੁੰਦੇ ਜਾਂਦੇ ਆ, ਠੀਕ ਹੈ। ਔਰ ਫਿਰ ਜਿਹੜਾ ਹੈ ਉਹਦੇ ਵਿੱਚ ਜਿਹੜਾ ਸਪਾਇਰਲ ਪਲਾਨ ਵੀ ਇੱਕ ਹੁੰਦਾ ਹੈ ਕਿ ਅਸੀਂ ਇਹ ਕਰਦੇ ਹਾਂ ਕਿ ਬਲੈਂਡਿੰਗ ਕਰਦੇ ਹਾਂ, ਮਤਲਬ ਇੱਕ ਈਜ਼ੀ ਇੱਕ ਡਿਫੀਕਲਟ, ਜਾਂ ਟਾਈਪਸ ਆਫ ਕੁਐਸਚਨ ਜਿਹੜੇ ਨੇ ਉਹਨਾਂ ਵਿੱਚ ਹੁੰਦਾ ਕਿ ਕੋਈ ਐਨਾਲੋਜੀ ਦਾ, ਕੋਈ ਸੀਰੀਜ਼ ਦਾ, ਕੋਈ ਲੌਜਿਕ ਦਾ, ਕੋਈ ਜਿਹੜਾ ਕੈਲਕੂਲੇਸ਼ਨ ਦਾ। ਤਾਂ ਅਸੀਂ ਕੁਐਸਚਨ ਜਿਹੜੇ ਨੇ ਉਹਨਾਂ ਨੂੰ ਬਲੈਂਡ ਕਰ ਲੈਂਦੇ ਹਾਂ। ਇੱਕ ਹੁੰਦਾ ਲੌਜੀਕਲ ਗਰੁੱਪਿੰਗ ਕਰਦੇ ਹਾਂ ਕਿ ਇੱਕ ਤਰ੍ਹਾਂ ਦੇ ਕੁਐਸਚਨ ਇੱਕ ਜਗ੍ਹਾ ਦੇ ਉੱਪਰ, ਜਿਵੇਂ ਪਹਿਲਾਂ ਰੀਜ਼ਨਿੰਗ ਦੇ ਦਿੱਤੇ, ਫਿਰ ਅਸੀਂ ਸੀਰੀਜ਼ ਦੇ ਦਿੱਤੇ, ਫਿਰ ਅਸੀਂ ਉਸ ਤਰ੍ਹਾਂ। ਤਾਂ ਇਸ ਤਰ੍ਹਾਂ ਕਰਕੇ ਵੀ ਕੁਐਸਚਨ ਜਿਹੜੇ ਨੇ ਉਹ ਬਣਾਏ ਜਾਂਦੇ ਆ। ਤਾਂ ਅਸੀਂ ਇਹਨਾਂ ਸਾਰਿਆਂ ਨੂੰ ਦੇਖ ਕੇ ਫਿਰ ਟੈਸਟ ਬਣਾਉਣਾ ਹੁੰਦਾ। ਅਸੀਂ ਇਹਨੂੰ ਡਿਟੇਲ 'ਚ ਦੇਖਣ ਦੀ ਕੋਸ਼ਿਸ਼ ਕਰਾਂਗੇ। ਆਈਟਮ ਕੰਸਟਰਕਸ਼ਨ ਦੇ ਵਾਸਤੇ ਸਾਨੂੰ ਕਰਨਾ ਕੀ ਹੋਏਗਾ, ਜਿਹੜਾ ਬਲੂਪ੍ਰਿੰਟ ਸਾਡੇ ਕੋਲ ਲਿਖਿਆ ਹੁੰਦਾ ਅਸੀਂ ਉਹਦੇ ਵਿੱਚੋਂ ਦੇਖਦੇ ਹਾਂ। ਔਰ ਪੇਪਰ ਸੈਟਰ ਕੀ ਕਰਦਾ ਹੈ, ਬਲੂਪ੍ਰਿੰਟ ਦੇ ਅਕੋਰਡਿੰਗ ਹਰ ਯੂਨਿਟ 'ਚੋਂ ਜਿੰਨੇ ਆਬਜੈਕਟਿਵ ਟਾਈਪ ਕਹੇ ਹੁੰਦੇ ਆ ਉਹ ਆਬਜੈਕਟਿਵ ਟਾਈਪ ਬਣਾ ਲੈਂਦਾ ਹੈ, ਜਿੰਨੇ ਉਹ ਕਹਿੰਦੇ ਆ ਕਿ ਐਸੇ ਟਾਈਪ, ਜਿੰਨੇ ਉਹ ਕਹਿੰਦੇ ਸ਼ਾਰਟ ਆਨਸਰ ਬਣਾ ਲੈਂਦਾ। ਤਾਂ ਇਸ ਤਰ੍ਹਾਂ ਨਾਲ ਡਿਫੀਕਲਟੀ ਲੈਵਲ ਤਿਆਰ ਕੀਤਾ ਜਾਂਦਾ। ਤਾਂ ਅਸੀਂ ਕਹਿੰਦੇ ਹਾਂ ਆਈਟਮ ਸਿਲੈਕਸ਼ਨ ਜਿਹੜੀ ਹੈ ਉਹਦੇ ਵਿੱਚ ਵੀ ਸਾਨੂੰ ਚੋਇਸ ਰੱਖਣੀ ਪੈਂਦੀ ਹੈ। ਜਿਵੇਂ ਅਸੀਂ ਆਬਜੈਕਟਿਵ ਟਾਈਪ ਦੀ ਗੱਲ ਕਰਦੇ ਹਾਂ, ਤਾਂ ਆਬਜੈਕਟਿਵ ਟਾਈਪ ਦੇ ਬਹੁਤ ਸਾਰੇ ਸਟਾਈਲ ਨੇ, ਜਿਵੇਂ ਫਿਲਿੰਗ ਦਾ ਬਲੈਂਕਸ ਹੈ, ਵਨ ਵਰਡ ਸਬਸਟੀਟਿਊਸ਼ਨ ਹੈ, ਮਲਟੀਪਲ ਚੋਇਸ ਹੈ, ਟਰੂ ਫਾਲਸ ਹੈ, ਅਲਟਰਨੇਟ ਰਿਸਪੌਂਸ ਹੈ, ਮੈਚਿੰਗ ਦਾ ਕਾਲਮ ਹੈ। ਤਾਂ ਤੁਸੀਂ ਬੀਇੰਗ ਪੇਪਰ ਸੈਟਰ ਤੁਹਾਨੂੰ ਦੇਖਣਾ ਹੈ ਕਿ ਤੁਸੀਂ ਕਿਸ ਤਰ੍ਹਾਂ ਦੇ ਕੁਐਸਚਨ ਜਿਹੜੇ ਨੇ ਉਹ ਲੈ ਕੇ ਆਉਣੇ ਆ। ਜਿਵੇਂ ਆਮ ਤੌਰ 'ਤੇ ਟਰੈਂਡ ਹੁੰਦਾ ਕਿ
ਟੀਚਰ ਜਿਹੜਾ ਹੈ ਬੜਾ ਸਿੰਪਲ ਵੇ ਨਾਲ ਜਾਂਦਾ, ਫਿਲਿੰਗ ਦਾ ਬਲੈਂਕਸ ਜਾਂ ਵਨ ਵਰਡ ਸਬਸਟੀਟਿਊਸ਼ਨ ਜਾਂ ਵਨ ਵਰਡ ਆਨਸਰ ਜਿਹੜਾ ਹੈ ਉਸ ਤਰ੍ਹਾਂ ਦੇ ਕੁਐਸਚਨ ਲੈਂਦਾ ਹੈ, ਜਾਂ ਟਰੂ ਫਾਲਸ ਲੈ ਲੈਂਦਾ। ਮੈਚਿੰਗ ਦਾ ਕਾਲਮ ਜਾਂ ਮਲਟੀਪਲ ਚੋਇਸ 'ਚ ਥੋੜ੍ਹਾ ਮਿਹਨਤ ਲੱਗਦੀ ਹੈ ਤਾਂ ਉਹਨਾਂ ਨੂੰ ਡਰੋਪ ਕਰ ਦਿੰਦਾ। ਠੀਕ ਹੈ, ਤਾਂ ਅਸੀਂ ਦੇਖਦੇ ਹਾਂ ਮਲਟੀਪਲ ਚੋਇਸ ਜਿਹੜੇ ਆ ਉਹ ਐਂਟਰੈਂਸ ਐਗਜ਼ਾਮ 'ਚ ਆਉਂਦੇ ਆ, ਪਰ ਸਾਡੇ ਥਿਊਰੀ ਐਗਜ਼ਾਮ ਜਾਂ ਸਾਡੇ ਸਕੂਲ ਕਰਿਕੂਲਮ ਦਾ ਹਿੱਸਾ ਨਹੀਂ ਹੁੰਦੇ, ਕਿਉਂਕਿ ਉੱਤੇ ਮਿਹਨਤ ਲੱਗਦੀ ਹੈ। ਇੱਕ ਕੁਐਸਚਨ ਦਾ ਠੀਕ ਆਨਸਰ ਅਤੇ 4 ਜਿਹੜੇ 3 ਉਹਦੇ ਜਿਹੜੇ ਕਨਫਿਊਜ਼ਿੰਗ ਆਨਸਰ ਨੇ ਉਹ ਤਿਆਰ ਕਰਨੇ ਹੁੰਦੇ ਆ। ਉਸ ਤੋਂ ਬਾਅਦ ਸ਼ਾਰਟ ਆਨਸਰ ਟਾਈਪ ਕੁਐਸਚਨ ਜਿਹੜੇ ਨੇ ਉਹ ਤਿਆਰ ਕਰਨੇ ਆ। ਸ਼ਾਰਟ ਆਨਸਰ ਟਾਈਪ ਕੁਐਸਚਨ ਜਿਹੜੇ ਹੈਗੇ ਆ ਉਹਦੇ ਵਿੱਚ ਤੁਸੀਂ ਦੇਖਣਾ ਕਿੰਨੇ ਕੁਐਸਚਨ ਨੇ, ਔਰ ਐਸੇ ਟਾਈਪ ਕੁਐਸਚਨ ਨੇ, ਹਾਈ ਆਰਡਰ ਟਾਈਪ ਕੁਐਸਚਨ ਜਿਹੜੇ ਨੇ ਉਹ ਤਿਆਰ ਕਰਨੇ ਆ। ਔਰ ਅਸੀਂ ਇਹ ਪ੍ਰਿੰਸੀਪਲ ਜਿਹੜਾ ਹੈ ਕੁਛ ਧਿਆਨ 'ਚ ਰੱਖਣੇ ਹੈਗੇ ਆ, ਔਰ ਇਹ ਦੇਖਣਾ ਕਿ ਜਿਹੜੇ ਹੈ ਵੈਲਿਡ, ਐਪਰੋਪ੍ਰੀਏਟ ਔਰ ਐਂਬੀਗੁਅਸ ਜਿਹੜੇ ਕੁਐਸਚਨ ਨੇ ਜਿਨ੍ਹਾਂ ਦੀ ਕਲੈਰਿਟੀ ਹੋਵੇ ਉਸ ਤਰ੍ਹਾਂ ਦੇ ਕੁਐਸਚਨ ਬਣਾਏ ਜਾਣ। ਤਾਂ ਆਈਟਮ ਸਿਲੈਕਸ਼ਨ ਕਰਨ ਤੋਂ ਬਾਅਦ ਫਿਰ ਅਸੀਂ ਦੇਖਦੇ ਹਾਂ ਕਿ ਵਨ ਟਾਈਪ ਜਿਹੜੇ ਹੈਗੇ ਆ ਹੋਣੇ ਚਾਹੀਦੇ ਆ। ਕੁਐਸਚਨ ਪੇਪਰ ਜਦੋਂ ਤੁਸੀਂ ਤਿਆਰ ਕਰੋ, ਇਹ ਨਾ ਹੋਵੇ ਕਿ ਸਾਰੇ ਵਨ ਵਰਡ ਸਬਸਟੀਟਿਊਸ਼ਨ ਹੀ ਪਾ ਦਿਓ। ਇੱਕ ਕੁਐਸਚਨ ਵਨ ਵਰਡ ਸਬਸਟੀਟਿਊਸ਼ਨ ਦਾ ਪਾਓ, ਇੱਕ ਸਿਲੈਕਸ਼ਨ ਆਫ ਜਾਂ ਫਿਲਿੰਗ ਦਾ ਬਲੈਂਕਸ ਦਾ ਪਾਓ, ਇੱਕ ਮੈਚਿੰਗ ਦਾ ਕਾਲਮ ਦਾ ਪਾਓ, ਇੱਕ ਮਲਟੀਪਲ ਚੋਇਸ ਦਾ ਪਾਓ, ਇੱਕ ਹੌਟ ਦਾ ਪਾਓ, ਕੋਈ ਐਸੇ ਦਾ, ਕੋਈ ਕਿਸ ਤਰ੍ਹਾਂ ਦਾ, ਹੈ ਨਾ। ਔਰ ਜਦੋਂ ਸ਼ਾਰਟ ਆਨਸਰ ਟਾਈਪ ਕੁਐਸਚਨ ਵੀ ਨੇ ਉਹਦੇ ਵਿੱਚ ਵੀ ਤੁਸੀਂ ਜਿਹੜਾ ਹੈ ਕਈ ਵਾਰ ਕੰਪਲੀਸ਼ਨ ਆਫ ਪੈਰਾਗ੍ਰਾਫ ਜਿਹੜਾ ਹੈ ਉਹ ਕਰ ਸਕਦੇ ਹੋ। ਤਾਂ ਅਲੱਗ-ਅਲੱਗ ਤਰ੍ਹਾਂ ਨਾਲ ਪਾਓ ਪ੍ਰੀਲਿਮਿਨਰੀ ਡਰਾਫਟ ਦੇ ਵਿੱਚ, ਤਾਂ ਕਿ ਬੱਚਿਆਂ ਦਾ ਇੰਟਰਸਟ ਬਣਿਆ ਰਹੇ, ਔਰ ਉਹਦੇ ਨਾਲ ਜਿਹੜਾ ਹੈ ਸਾਰੇ ਤਰ੍ਹਾਂ ਦੇ ਇੰਟਰਸਟ ਰੱਖਦੇ ਬੱਚੇ ਉਹਦੇ ਨਾਲ ਜੁੜ ਜਾਣਗੇ। ਠੀਕ ਹੈ, ਅਗਲੀ ਗੱਲ ਹੁੰਦੀ ਹੈ ਕਿ ਪ੍ਰੀਲਿਮਿਨਰੀ ਡਰਾਫਟ ਜਦੋਂ ਤਿਆਰ ਕਰਨਾ ਹੈ ਉਹਦੇ 'ਚ ਮੇਨ ਜਿਹੜਾ ਫਾਈਨਲ ਡਰਾਫਟ ਹੈ ਉਹਦੇ ਨਾਲੋਂ ਜ਼ਿਆਦਾ ਜਿਹੜਾ ਹੈ ਉਹ ਪੇਪਰ ਤਿਆਰ ਕਰੋ। ਅਗਲੀ ਗੱਲ ਹੁੰਦੀ ਹੈ ਕਿ ਇੱਕ ਜਗ੍ਹਾ ਦੇ ਉੱਪਰ ਇੱਕ ਤਰ੍ਹਾਂ ਦੇ ਹੀ ਕੁਐਸਚਨ ਆਨਸਰ ਰੱਖੋ। ਔਰ ਜਦੋਂ ਤੁਸੀਂ ਤਿਆਰ ਕਰਦੇ ਹੋ ਸਟੈਮ ਦਾ ਮਤਲਬ ਹੁੰਦਾ ਕੁਐਸਚਨ। ਜਿਹੜਾ ਕੁਐਸਚਨ ਹੁੰਦਾ, ਜਦੋਂ ਅਸੀਂ ਆਬਜੈਕਟਿਵ ਟਾਈਪ ਕੁਐਸਚਨ ਤਿਆਰ ਕਰਦੇ ਹਾਂ ਤਾਂ ਉਹਦੇ ਵਿੱਚ ਇੱਕ ਜਿਹੜਾ ਉੱਪਰ ਕੁਐਸਚਨ ਪਾਇਆ ਜਾਂਦਾ ਉਹਨੂੰ ਅਸੀਂ ਸਟੈਮ ਆਖਦੇ ਹਾਂ। ਜਿਹੜੇ ਥੱਲੇ ਆਪਸ਼ਨਸ ਹੁੰਦੇ ਆ ਉਹ ਰਿਸਪੌਂਸ ਜਿਹੜੇ ਹੈਗੇ ਆ ਅਲਟਰਨੇਟ ਰਿਸਪੌਂਸਿਸ ਹੁੰਦੇ ਆ, ਔਰ ਉਹਨਾਂ ਵਿੱਚ ਵੀ ਸਾਨੂੰ ਜਿਹੜਾ ਹੈ ਸਟੈਮ ਉਹਦੇ ਵਿੱਚ ਬਹੁਤ ਕਲੈਰਿਟੀ ਰੱਖਣੀ ਹੋਏਗੀ, ਔਰ ਸਾਨੂੰ ਨੈਵਰ ਆਲਵੇਜ਼ ਪੋਜ਼ੀਟਿਵ ਇਸ ਤਰ੍ਹਾਂ ਦੇ ਸ਼ਬਦਾਂ ਨੂੰ ਅਵਾਇਡ ਕਰਨਾ ਹੈ ਤਾਂ ਕਿ ਬੱਚੇ ਦੀ ਜਿਹੜੀ ਓਪਨ ਐਂਡ ਨਾ ਹੋ ਜਾਵੇ, ਬੱਚਾ ਆਪਣੀ ਪਰਸਨਲ ਚੋਇਸ ਨਾ ਉਹਦੇ 'ਚ ਆ ਜਾਵੇ, ਔਰ ਬੱਚੇ ਨੂੰ ਸਿਰਫ ਵਨ ਐਪਰੋਪ੍ਰੀਏਟ ਆਨਸਰ ਹੀ ਸਿਲੈਕਟ ਕਰਨਾ ਹੋਏਗਾ। ਉਸ ਤੋਂ ਬਾਅਦ ਹੈ ਸੀਕੁਐਂਸ ਹੋਣੀ ਚਾਹੀਦੀ, ਕੋਈ ਸੀਕੁਐਂਸ ਨਹੀਂ ਹੋਣੀ ਚਾਹੀਦੀ। ਤੁਸੀਂ ਦੇਖੋ ਕਿ ਜੇਕਰ ਕੋਈ ਇਸ ਤਰ੍ਹਾਂ ਦਾ ਪੈਟਰਨ ਆ ਜਾਵੇ ਕਿ ਪਹਿਲੇ 3 ਦਾ ਡੀ ਕੁਐਸਚਨ ਦਾ ਆਨਸਰ ਹੈ, ਫਿਰ ਸੀ ਹੈ, ਫਿਰ ਬੀ ਹੈ, ਤਾਂ ਫਿਰ ਬੱਚੇ ਉਸ ਨੂੰ ਟਰੈਕ ਕਰ ਲੈਂਦੇ ਆ, ਫਿਰ ਉਹ ਬੱਚੇ ਉਸ ਨੂੰ ਕਰੈਕ ਕਰ ਲੈਂਦੇ ਆ ਪੈਟਰਨ ਨੂੰ। ਫਿਰ ਉਹ ਅਗਲੀ ਵਾਰ ਵੀ ਉਵੇਂ ਹੀ ਕਰਦੇ ਆ ਕਿ ਜਦੋਂ ਤੁਸੀਂ ਕੁਐਸਚਨ ਲੈ ਕੇ ਆਉਂਦੇ ਹੋ ਪਹਿਲੇ 3 ਦਾ ਡੀ, ਫਿਰ ਬੀ, ਫਿਰ ਸੀ, ਫਿਰ ਪੈਟਰਨ ਦੇ ਅਕੋਰਡਿੰਗ ਚੱਲਣਾ ਸ਼ੁਰੂ ਕਰ ਦਿੰਦੇ ਆ ਕਿ ਟੀਚਰ ਪਹਿਲੇ 4 ਐਵੇਂ ਪਾਉਂਦਾ, ਫਿਰ ਐਵੇਂ ਪਾਉਂਦਾ, ਫਿਰ ਐਵੇਂ ਪਾਉਂਦਾ। ਤਾਂ ਅਸੀਂ ਉਸ ਤੋਂ ਅਵਾਇਡ ਕਰਨ ਲਈ ਪੈਟਰਨ ਅਤੇ ਸੀਕੁਐਂਸ ਨੂੰ ਤੋੜਨਾ ਹੈ। ਅਗਲੀ ਗੱਲ ਇਹਦੇ ਵਿੱਚ ਹੁੰਦੀ ਹੈ ਕਿ ਅਸੀਂ ਹਾਂਜੀ ਬੋਲੋ, ਇੱਕ ਜਿਹੜਾ ਟੈਸਟ ਬਣਾਉਣ ਦਾ ਵੀ ਇੱਕ ਜਿਹੜਾ ਆਈਟਮ ਕੰਸਟਰਕਸ਼ਨ ਹੈ ਇਹ ਵੀ ਇੱਕ ਫੇਜ਼ ਹੈ ਜਿਹਦੇ ਵਿੱਚ ਸਾਨੂੰ ਬਹੁਤ ਸੀਰੀਅਸਲੀ ਕੰਮ ਕਰਨਾ ਹੁੰਦਾ ਹੈ। ਮਤਲਬ ਇਟ ਇਜ਼ ਨਾਟ ਜਸਟ ਅ ਫਾਰਮੈਲਿਟੀ, ਸਾਨੂੰ ਬੱਚੇ ਦੇ ਇੰਟਰਸਟ ਨੂੰ ਮੇਨਟੇਨ ਕਰਨਾ ਹੈ। ਠੀਕ ਹੈ, ਹਮੇਸ਼ਾ ਕੋਸ਼ਿਸ਼ ਕਰੋ ਕਿ ਸਟੈਮ ਇਸ ਤਰ੍ਹਾਂ ਦਾ ਬਣਾਓ ਜਿਹੜਾ ਕੋਈ ਕਲੂ ਨਾ ਦੇਵੇ। ਫਰੇਜ਼ੋਲੋਜੀ ਅਸੀਂ ਸ਼ਬਦ ਇਸ ਲਈ ਵਰਤਦੇ ਹਾਂ ਕਿ ਕੰਟੈਂਟ ਹੀ ਫਰੇਜ਼ ਕਰ ਦਿੰਦਾ, ਕੰਟੈਂਟ ਹੀ ਹਿੰਟ ਦੇ ਦਿੰਦਾ। ਤਾਂ ਕਦੇ ਵੀ ਕੁਐਸਚਨ ਇਸ ਤਰ੍ਹਾਂ ਦਾ ਨਾ ਹੋਵੇ ਕਿ ਉਹਦਾ ਹਿੰਟ ਜਿਹੜਾ ਹੈ ਕੁਐਸਚਨ ਦੇ ਸਟੈਮ 'ਚ ਹੋਵੇ, ਤਾਂ ਆਨਸਰ ਦੇ ਤਾਂ ਕਿ ਚੈੱਕ ਕੀਤਾ ਜਾ ਸਕਦਾ, ਗੈਸ ਹੋ ਜਾਵੇ। ਠੀਕ ਹੈ, ਅਗਲੀ ਗੱਲ ਹੈ ਕਿ ਅਸੈਂਡਿੰਗ ਆਰਡਰ 'ਚ ਹਮੇਸ਼ਾ ਡਿਫੀਕਲਟੀ ਲੈਵਲ ਰੱਖਣਾ ਚਾਹੀਦਾ ਹੈ। ਸਾਨੂੰ ਡਿਫੀਕਲਟੀ ਨੂੰ ਕਦੇ ਵੀ ਜਾਂ ਸੇਮ ਡਿਫੀਕਲਟੀ ਲੈਵਲ ਜਾਂ ਡਿਸੈਂਡਿੰਗ ਆਰਡਰ ਨਹੀਂ। ਮੋਦੀ ਜੀ ਨੇ ਪਹਿਲੀ ਵਾਰ ਕਿਹਾ ਸੀ ਪ੍ਰੀਖਿਆ 'ਤੇ ਚਰਚਾ, ਤਾਂ ਉਹਨਾਂ ਨੇ ਪਹਿਲੀ ਵਾਰ ਕਿਹਾ ਕਿ ਪਹਿਲਾਂ ਜਾਂਦੇ ਡਿਫੀਕਲਟ ਕੁਐਸਚਨ ਜਿਹੜੇ ਹੈਗੇ ਆ ਉਹ ਅਟੈਂਪਟ ਕਰੋ, ਔਰ ਫਿਰ ਫਰੀ ਹੋ ਜਾਓ, ਫਿਰ ਈਜੀ ਤਾਂ ਸਾਨੂੰ ਆਉਂਦਾ ਹੀ ਹੈ। ਸਾਰੀ ਦੁਨੀਆ ਇਹ ਕਹਿੰਦੀ ਹੈ ਕਿ ਪਹਿਲਾਂ ਬੱਚੇ ਨੂੰ ਈਜੀ ਕੁਐਸਚਨ ਅਟੈਂਪਟ ਕਰਨੇ ਚਾਹੀਦੇ ਆ, ਜਿਹੜੇ ਘੱਟ ਟਾਈਮ ਕੰਜ਼ਿਊਮਿੰਗ ਹੋਣ, ਜਿਹਦੇ ਬਾਰੇ ਉਹ ਕੌਨਫੀਡੈਂਟ ਹੋਵੇ, ਜਿਹਦੇ ਐਗਜ਼ੈਕਟ ਆਨਸਰ ਉਹਨੂੰ ਆਉਂਦੇ ਹੋਣ, ਤਾਂ ਕਿ ਉਹ ਮਿਨੀਮਮ ਸ਼ਿਓਰ ਕਰ ਸਕੇ ਕਿ ਉਹਨੇ ਇੰਨਾ ਜਿਹੜਾ ਪੇਪਰ ਹੈ ਉਹ ਐਕੂਰੇਟ ਅਟੈਂਪਟ ਕਰ ਲਿਆ। ਜੇ ਪਹਿਲਾਂ ਹੀ ਡਿਫੀਕਲਟੀ 'ਚ ਫਸ ਗਏ, ਮੰਨ ਲਓ ਬ੍ਰੇਨ ਜਿਹੜਾ ਹੈ ਉਹਦੇ 'ਚ ਪਜ਼ਲ ਹੋ ਗਿਆ, ਉਸ ਤੋਂ ਬਾਅਦ ਜਿਹੜੇ ਆਉਂਦੇ ਆ ਉਹ ਵੀ ਭੁੱਲ ਜਾਣਗੇ। ਤਾਂ ਅਗਲੀ ਗੱਲ ਇਹਦੇ ਵਿੱਚ ਉਹ ਕਹਿੰਦੇ ਆ ਕਿ ਆਈਟਮ ਜਿਹੜੀਆਂ ਨੇ ਆਨਸਰ ਉਹਦੇ ਵਿੱਚ ਨਹੀਂ ਹੋਣਾ ਚਾਹੀਦਾ, ਇਸ ਤਰ੍ਹਾਂ ਦਾ ਜਿਹੜਾ ਹੈ ਸਾਨੂੰ ਕਰਨਾ ਹੈ। ਔਰ ਹਮੇਸ਼ਾ ਨਾ ਨੋਨ ਵੇਟਡ ਆਈਟਮਸ ਹੋਣੀਆਂ ਚਾਹੀਦੀਆਂ ਨੇ। ਨੋਨ ਵੇਟਡ ਦਾ ਮਤਲਬ ਕੀ ਹੈ ਕਿ ਜਿਵੇਂ ਲੌਂਗ ਆਨਸਰ ਟਾਈਪ ਕੁਐਸਚਨ ਨੇ, ਸਾਰਿਆਂ ਦੇ ਵੇਟੇਜ ਨੰਬਰ ਇੱਕੋ ਜਿਹੇ ਹੋਣੇ ਚਾਹੀਦੇ ਨੇ। ਇਹ ਨਾ ਹੋਵੇ ਕਿ ਕੋਈ ਹਾਈ ਵੇਟੇਜ ਦੇ ਹੋ ਜਾਣ, ਮੰਨ ਲਓ ਕੋਈ 12 ਨੰਬਰ ਦਾ ਕੁਐਸਚਨ ਆ ਜੇ ਲੌਂਗ ਆਨਸਰ, ਕੋਈ 8 ਦਾ ਆ ਜੇ, ਕੋਈ 10 ਦਾ ਆ ਜੇ, ਤਾਂ
ਸਟੂਡੈਂਟ ਕੀ ਕਰੇ ਕਿ ਉਹ ਹਮੇਸ਼ਾ 12 ਨੰਬਰ ਵਾਲੇ ਅਟੈਂਪਟ ਕਰਨ ਦੀ ਕੋਸ਼ਿਸ਼ ਕਰੇ ਔਰ ਉਹਦੇ 'ਚੋਂ ਹਾਈ ਸਕੋਰ ਕਰ ਦੇਵੇ, ਔਰ ਜਿਨ੍ਹਾਂ ਨੂੰ ਜਿਹੜੇ ਉਹ ਨਾ ਕਰ ਪਾਉਣ, ਜਿਹੜੇ 8 ਵਾਲੇ ਕਰਨ, ਉਹ ਲੂਜ਼ ਕਰ ਦੇਣ। ਇਸ ਤਰ੍ਹਾਂ ਨਹੀਂ, ਇਕੁਐਲਿਟੀ ਆਫ ਕੰਟੈਂਟ ਵੇਟੇਜ ਹੋਣੀ ਚਾਹੀਦੀ ਹੈ। ਔਰ ਇਹਦੇ ਵਿੱਚ ਅਗਲੀ ਗੱਲ ਉਹ ਕਹਿੰਦੇ ਆ ਕਿ ਐਮਫੇਸਿਸ ਇਸ 'ਤੇ ਹੋਣਾ ਚਾਹੀਦਾ ਕਿ ਅਸੀਂ ਨੌਲੇਜ ਚੈੱਕ ਕਰ ਸਕੀਏ, ਨਾ ਕਿ ਕ੍ਰੈਮਿੰਗ, ਕਿ ਉਹਨੂੰ ਰੱਟਾ ਲਗਾਇਆ ਹੋਇਆ ਨਹੀਂ, ਅਸੀਂ ਉਹਦੀ ਰੀਅਲ ਅਚੀਵਮੈਂਟ ਚੈੱਕ ਕਰ ਪਾਈਏ। ਇਸ ਤਰ੍ਹਾਂ ਦੇ ਕੁਐਸਚਨ ਜਿਹੜੇ ਨੇ ਡਿਵੈਲਪ ਕਰਨੇ। ਅਗਲੀ ਗੱਲ ਹੈ ਕਿ ਅਰੇਂਜਮੈਂਟ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਅਸੀਂ ਕਹਿੰਦੇ ਹਾਂ ਕਿ ਜਿਹੜਾ ਟੈਸਟ ਹੈ ਉਹ ਕਈ ਕੈਟਾਗਰੀਜ਼ ਦੇ ਵਿੱਚ ਹੁੰਦਾ ਹੈ। ਇੱਕ ਕੈਟਾਗਰੀ ਹੁੰਦੀ ਹੈ ਮੋਸਟ ਈਜ਼ੀਲੀ ਮੈਜ਼ਰੇਬਲ ਐਸਪੈਕਟਸ ਹੁੰਦੇ ਆ ਲਾਈਫ ਦੇ, ਜਿਵੇਂ ਅਸੀਂ ਕਹਿੰਦੇ ਹਾਂ ਕਿ ਉਹਦੀ ਲੌਜਿਕ, ਉਹਦਾ ਰੀਜ਼ਨਿੰਗ, ਉਹਦੀ ਅੰਡਰਸਟੈਂਡਿੰਗ, ਉਹਦਾ ਨੌਲੇਜ ਚੈੱਕ ਕਰਨੀ ਹੈ। ਅੰਡਰਸਟੈਂਡਿੰਗ ਨੌਲੇਜ ਦੇ ਸਾਨੂੰ ਪਤਾ ਹੀ ਹੈ, ਰਿਕॉल ਹੈ, ਡਿਫਾਈਨ ਕਰ ਦਿੱਤਾ ਜਾਂ ਲਿਸਟ ਕਰ ਦਿੱਤਾ, ਡਿਸਕਰਾਈਬ ਕਰ ਦਿੱਤਾ, ਤਾਂ ਉਹ ਸਾਰੇ ਅਟੈਂਪਟ ਹੋ ਜਾਣਗੇ। ਅਗਲੀ ਗੱਲ ਉਹਦੇ ਵਿੱਚ ਹੈ ਕਿ ਅਨਦਰ ਵਨ ਜਿਹੜੀ ਹੈ ਕੈਟਾਗਰੀ, ਉਹ ਹੈ ਕਿ ਜਿਹਦੇ 'ਚ ਇਨਫੋਰਮੇਟਿਵ ਹੋਵੇ, ਜਿਹਦੇ 'ਚ ਅਸੀਂ ਕਿਸੇ ਚੀਜ਼ ਬਾਰੇ ਇਨਫੋਰਮੇਸ਼ਨ ਦਈਏ। ਜਦੋਂ ਅਸੀਂ ਕਹਿੰਦੇ ਹਾਂ ਡਿਸਕਸ ਦ ਪ੍ਰੋਸੀਜਰ, ਜਦੋਂ ਪ੍ਰੋਸੀਜਰ ਦੀ ਗੱਲ ਕਰਦੇ ਹਾਂ ਤਾਂ ਇਹਦਾ ਮਤਲਬ ਹੈ ਉਹਦੀ ਇਨਫੋਰਮੇਸ਼ਨ ਅਸੀਂ ਕਲੈਕਟ ਕਰਨਾ ਚਾਹੁੰਦੇ ਹਾਂ ਕਿ ਹਾਊ ਸਟੀਮ ਇੰਜਨ ਵਰਕਸ, ਤਾਂ ਇਸ ਤਰ੍ਹਾਂ ਦੀ ਗੱਲ ਵੀ ਹੈ। ਥਰਡ ਜਿਹੜਾ ਹੈ ਉਹਦੇ ਵਿੱਚ ਅਸੀਂ ਗੱਲ ਕਰਦੇ ਹਾਂ ਕਿ ਸਕਿੱਲ ਅਤੇ ਪਰਫੋਰਮੈਂਸ, ਇਹਦਾ ਮਤਲਬ ਹੈ ਜਦੋਂ ਅਸੀਂ ਕਹਿੰਦੇ ਹਾਂ ਡਰਾ ਦਾ ਗ੍ਰਾਫ, ਅਸੀਂ ਸਕਿੱਲ ਦੀ ਗੱਲ ਕਰਦੇ ਹਾਂ। ਜਦੋਂ ਅਸੀਂ ਕਹਿੰਦੇ ਹਾਂ ਕਿ ਰਾਈਟ ਦਾ ਪ੍ਰੋਜ਼ ਔਨ ਐਸੇ ਔਨ ਆ ਪਰਟੀਕੂਲਰ ਥਿੰਗ, ਤਾਂ ਅਸੀਂ ਉਹਦੀ ਰਾਈਟਿੰਗ ਸਕਿੱਲ ਜਿਹੜੀ ਹੈ ਉਸ ਨੂੰ ਚੈੱਕ ਕਰ ਰਹੇ ਹਾਂ। ਤਾਂ ਕਈ ਵਾਰ ਅਸੀਂ ਜਦੋਂ ਜਿਮਨਾਸਟ ਦੀ ਗੱਲ ਕਰਾਂਗੇ, ਜਦੋਂ ਸਪੋਰਟਸ ਦੇ ਐਗਜ਼ਾਮ ਦੀ ਗੱਲ ਕਰਾਂਗੇ, ਤਾਂ ਅਸੀਂ ਕਹਾਂਗੇ ਕਿ ਹੈਮਰ ਥਰੋ, ਡਿਸਕਸ ਥਰੋ, ਜੈਵਲਿਨ ਥਰੋ, ਸ਼ਾਰਟ ਪੁੱਟ ਜਾਂ ਕੋਈ ਹੋਰ, ਅਸੀਂ ਉਸ ਦੀ ਪਰਫੋਰਮੈਂਸ ਚੈੱਕ ਕਰਦੇ ਹਾਂ। ਜਦੋਂ ਅਸੀਂ ਜਿਮਨਾਸਟ ਦੀਆਂ ਆਈਟਮ ਦੀ ਕਰਾਵਾਂਗੇ ਤਾਂ ਉਦੋਂ ਲੌਂਗ ਜੰਪ, ਹਾਈ ਜੰਪ ਦੀ ਗੱਲ ਕਰਾਂਗੇ। ਤਾਂ ਅਸੀਂ ਪਰਫੋਰਮੈਂਸ ਬੇਸਡ ਵੀ ਕਰ ਸਕਦੇ ਹਾਂ। ਔਰ ਹਰ ਤਰ੍ਹਾਂ ਦੀ ਆਈਟਮ ਜਿਹੜੀ ਹੈ, 3 ਤਰ੍ਹਾਂ ਦੀਆਂ ਕੈਟਾਗਰੀ ਜਿਹੜੀਆਂ 3 ਡੋਮੇਨ ਨੇ ਇਨਸਾਨ ਦੀਆਂ, ਉਹਨਾਂ ਨੂੰ ਚੈੱਕ ਕਰਨ ਲਈ ਬਣਾਈਆਂ ਜਾਂਦੀਆਂ। ਪਹਿਲੀ ਡੋਮੇਨ ਦੇ ਵਿੱਚ ਅਸੀਂ ਕਹਿੰਦੇ ਹਾਂ ਇੰਟੈਲੀਜੈਂਸ, IQ ਲੈਵਲ, ਨੌਲੇਜ, ਅੰਡਰਸਟੈਂਡਿੰਗ ਚੈੱਕ ਕਰਦੇ ਹਾਂ। ਦੂਸਰੀ ਦੇ ਵਿੱਚ ਅਸੀਂ ਇਨਫੋਰਮੇਸ਼ਨ ਦੀ ਗੱਲ ਕਰਦੇ ਹਾਂ, ਜਿਹਦੇ ਵਿੱਚ ਉਹ ਬੱਚਾ ਆਪਣੇ ਐਕਸਪ੍ਰੈਸ਼ਨ, ਆਪਣੇ ਐਟੀਟਿਊਡ, ਆਪਣੀ ਬਿਲੀਵ ਦੀ ਗੱਲ ਕਰਦਾ ਹੈ। ਔਰ ਤੀਸਰੇ ਦੇ ਵਿੱਚ ਅਸੀਂ ਸਕਿੱਲ ਦੀ ਗੱਲ ਕਰਦੇ ਹਾਂ। ਤਾਂ 3 ਤਰ੍ਹਾਂ ਦੀਆਂ ਆਈਟਮ ਹੋਣੀਆਂ ਚਾਹੀਦੀਆਂ ਨੇ। ਇਹ ਗੱਲ ਇੰਨਾ ਸਮਝ ਆ ਗਿਆ, ਤਾਂ ਇਸ ਤੋਂ ਅੱਗੇ ਚੱਲਦੇ ਹਾਂ। ਹੈਲੋ ਹਾਂ ਰਵੀਨਾ, ਹਾਂਜੀ, ਇਸ ਤੋਂ ਅੱਗੇ ਡਿਸਕਸ ਕਰੀਏ। ਕੋਈ ਕੁਐਸਚਨ ਤਾਂ ਨਹੀਂ ਹੈ? ਹਾਂ, ਅਗਲੀ ਗੱਲ ਹੈ ਕਿ ਅਰੇਂਜਮੈਂਟ ਆਫ ਆਈਟਮ। ਜਦੋਂ ਆਈਟਮਸ ਅਸੀਂ ਬਣਾ ਲੈਂਦੇ ਹਾਂ ਕਿ ਅਸੀਂ ਸਕਿੱਲ ਲਈ ਆਈਟਮ ਬਣਾ ਲਈਆਂ, ਅਸੀਂ ਉਸ ਦੇ ਐਟੀਟਿਊਡ ਲਈ ਆਈਟਮ ਬਣਾ ਲਈਆਂ, ਅਸੀਂ ਉਹਦੀ ਕੋਗਨੀਟਿਵ ਡੋਮੇਨ ਲਈ ਨੌਲੇਜ, ਅੰਡਰਸਟੈਂਡਿੰਗ ਔਰ ਐਪਲੀਕੇਸ਼ਨ ਚੈੱਕ ਕਰਨ ਲਈ ਬਣਾ ਲਈਆਂ। ਵੈਸੇ ਤਾਂ ਐਪਲੀਕੇਸ਼ਨ 'ਤੇ ਸਕਿੱਲ ਵੀ ਆ ਜਾਏਗੀ, ਪਰ ਜਦੋਂ ਅਸੀਂ ਆਈਟਮ ਬਣਾ ਲਈਆਂ, ਫਿਰ ਆਈਟਮ ਅਰੇਂਜ ਕਿਵੇਂ ਕਰਨੀਆਂ ਹੈਗੀਆਂ। ਔਰ ਆਈਟਮ ਜਦੋਂ ਅਰੇਂਜ ਕਰਨੀਆਂ ਹੈ, ਉਹਦੇ ਵਿੱਚ ਅਸੀਂ ਡਿਫੀਕਲਟੀ ਪਲਾਨ ਵੀ ਦੇਖਦੇ ਹਾਂ ਔਰ ਸੀਕੁਐਂਸ ਆਫ ਕੈਟਾਗਰੀ ਵੀ ਦੇਖਦੇ ਹਾਂ। ਤਾਂ ਅਸੀਂ ਇਹਦੇ ਵਿੱਚ ਡਿਫੀਕਲਟੀ ਲੈਵਲ ਦੀ ਗੱਲ ਕਰੀਏ ਤਾਂ 2-3 ਤਰ੍ਹਾਂ ਦੇ ਜਿਹੜੇ ਪਲਾਨ ਨੇ ਉਹ ਜ਼ਿਆਦਾਤਰ ਰੱਖੇ ਜਾਂਦੇ ਆ। ਕਿ ਇੱਕ ਤਾਂ ਇਕੁਅਲ ਡਿਫੀਕਲਟੀ ਪਲਾਨ ਹੁੰਦਾ ਕਿ ਹਰ ਆਈਟਮ ਇਕੁਅਲ ਵੇਟੇਜ ਦੀ ਹੋਏਗੀ, ਔਰ ਉਹਦੇ ਵਿੱਚ ਕੀ ਹੈ ਕਿ ਫਿਰ ਉਹਦੇ ਵਿੱਚ ਸਾਨੂੰ ਕੋਈ ਬੌਦਰ ਨਹੀਂ ਕਰਨਾ ਪੈਂਦਾ ਕਿ ਉਹਦੀ ਸੀਕੁਐਂਸ ਕੀ ਹੋਵੇ, ਪਹਿਲਾ, ਦੂਜਾ, ਤੀਜਾ। ਜਦੋਂ ਵੀ ਆਏਗਾ ਡਿਫੀਕਲਟੀ ਲੈਵਲ ਸੇਮ ਹੈ ਤਾਂ ਬੱਚੇ ਨੂੰ ਸੇਮ ਆਰਡਰ, ਕਿਸੇ ਵੀ ਆਰਡਰ 'ਚ ਪਾਇਆ ਜਾ ਸਕਦਾ। ਪਰ ਅਡਵਿਜ਼ੀਬਲ ਜਾਂ ਜਿਹੜਾ ਬਹੁਤ ਪ੍ਰੋਮਿਸਿੰਗ ਜਿਹੜਾ ਪੈਟਰਨ ਰਹਿੰਦਾ ਹੈ, ਦੈਟ ਇਜ਼ ਅਬਾਊਟ ਇਨਕਰੀਜ਼ਿੰਗ ਔਰ ਅਸੈਂਡਿੰਗ ਆਰਡਰ ਆਫ ਡਿਫੀਕਲਟੀ ਪਲਾਨ, ਜਿਹਦੇ ਵਿੱਚ ਅਸੀਂ ਕਹਿੰਦੇ ਹਾਂ ਕਿ ਸਭ ਤੋਂ ਈਜ਼ੀ ਕੁਐਸਚਨ ਪਹਿਲਾਂ ਦਿਓ, ਤਾਂ ਕਿ ਬੱਚਾ ਜਦੋਂ ਸ਼ੁਰੂ ਕਰੇ ਤਾਂ ਉਸ ਟਾਈਮ 'ਤੇ ਉਹਨੂੰ ਆਨਸਰ ਆਉਂਦਾ ਹੋਵੇ, ਉਹਦਾ ਮੋਰਾਲ ਬੂਸਟ ਹੋਵੇ, ਉਹਦੀ ਮੋਟੀਵੇਸ਼ਨ ਵਧੇ, ਔਰ ਉਹਦਾ ਬ੍ਰੇਨ 'ਤੇ ਜਿਹੜੀ ਪਹਿਲੀ ਟੈਨਸ਼ਨ ਹੈ ਆਫ ਐਗਜ਼ਾਮੀਨੇਸ਼ਨ ਹਾਲ, ਅਸੀਂ ਉਸ ਨੂੰ ਥੋੜ੍ਹਾ ਈਜ਼ ਦੇ ਸਕੀਏ। ਔਰ ਫਿਰ ਜਿਵੇਂ ਜਿਵੇਂ ਉਹ ਬੱਚਾ ਥੋੜ੍ਹਾ ਕੰਫਰਟ ਫੀਲ ਕਰ ਜੇ ਜਾਂ ਉਹ ਆਪਣੇ ਨੋਰਮਲ ਹੋ ਜਾਵੇ, ਉਹ ਫੀਅਰ ਫੋਬੀਆ 'ਚੋਂ ਬਾਹਰ ਆ ਜਾਵੇ, ਤਾਂ ਉਸ ਤੋਂ ਬਾਅਦ ਫਿਰ ਅਸੀਂ ਉਹਨੂੰ ਡਿਫੀਕਲਟੀ ਇੰਟਰੋਡਿਊਸ ਕਰੀਏ। ਦੂਸਰੀ, ਤੀਸਰੀ, ਚੌਥੀ ਆਈਟਮ ਡਿਫੀਕਲਟ ਹੋਵੇ। ਇੰਨੀ ਕੁ ਗੱਲ ਸਮਝ ਆਈ ਕਿਸੇ ਨੂੰ? ਠੀਕ ਹੈ। ਜਿਹੜਾ ਡਿਫੀਕਲਟੀ ਪਲਾਨ ਦੀ ਗੱਲ ਕਰਦੇ ਹਾਂ, ਉਹਨੂੰ ਸਪਾਇਰਲ ਪਲਾਨ ਆਖਦੇ ਹਾਂ। ਸਪਾਇਰਲ ਪਲਾਨ ਦੇ ਵਿੱਚ ਅਸੀਂ ਕਹਿੰਦੇ ਹਾਂ ਕਿ ਜਿਹੜੀਆਂ ਕੈਟਾਗਰੀ ਆਫ ਟਾਈਪਸ ਆਫ ਕੁਐਸਚਨ ਜਾਂ ਟੈਸਟ ਆਈਟਮਸ ਹੁੰਦੀਆਂ ਨੇ, ਉਹਨਾਂ ਵਿੱਚ ਅਸੀਂ ਵਰਬਲ, ਨੋਨ ਵਰਬਲ, ਸਪੇਸਿੰਗ ਔਰ ਅਰਥਮੈਟਿਕ ਰੀਜ਼ਨਿੰਗ ਐਂਡ ਐਨੋਲੋਜੀਜ਼ ਦੀ ਗੱਲ ਕਰਦੇ ਹੁੰਦੇ ਹਾਂ। ਤਾਂ ਜਿੱਥੇ ਵਰਬਲ ਆਈਟਮ ਕਿੱਥੇ ਰੱਖਣੀਆਂ ਨੇ, ਸਪੇਸ ਪਰਸੈਪਸ਼ਨ ਆਈਟਮ ਜਿਹੜੀਆਂ ਅਬਾਊਟ, ਮਤਲਬ ਜਦੋਂ ਤੁਸੀਂ ਪਰਸੀਵ ਕਰਦੇ ਹੋ, ਜਦੋਂ ਅਸੀਂ ਸਿਚੁਏਸ਼ਨ ਕ੍ਰੀਏਟ ਕਰਦੇ ਹਾਂ ਕਿ ਅਜ਼ਿਊਮ ਯੂ ਆਰ ਦਿਸ ਵਨ, ਹੈ ਨਾ, ਉਸ ਤੋਂ ਬਾਅਦ ਤੁਹਾਨੂੰ ਉਹ ਕੋਈ ਰੋਲ ਅਸਾਈਨ ਕੀਤਾ ਜਾਂਦਾ, ਵਾਟ ਵੁੱਡ ਬੀ ਯੂਅਰ ਪ੍ਰੈਫਰੈਂਸ, ਹੈ ਨਾ। ਤਾਂ ਉਸ ਤੋਂ ਬਾਅਦ ਹੈ ਅਰਥਮੈਟਿਕ ਰੀਜ਼ਨਿੰਗ ਹੈ, ਜਦੋਂ ਸੀਰੀਜ਼ ਆ ਜਾਂਦੀਆਂ ਨੇ ਜਾਂ ਜਿਹਦੇ ਵਿੱਚ ਜਿਹੜਾ ਹੈ ਉਹ ਕੋਈ ਕੈਲਕੂਲੇਸ਼ਨ ਆ ਜਾਂਦੀ ਹੈ। ਜਿਵੇਂ ਮੰਨ ਲਓ ਕਿ ਕੋਈ ਟ੍ਰੇਨ ਇੰਨਾ ਟਰੈਵਲ ਕਰਦੀ ਹੈ ਤਾਂ ਉਹ ਇੰਨੇ ਟਾਈਮ 'ਚ ਕਿੰਨਾ ਟਰੈਵਲ ਕਰੇਗੀ, ਇਸ ਤਰ੍ਹਾਂ ਦੀ ਗੱਲ ਹੈ। ਐਨਾਲੋਜੀਜ਼ ਦੇ ਵਿੱਚ ਤੁਹਾਡੇ ਕੋਲ ਰਿਲੇਸ਼ਨ ਹੁੰਦਾ ਹੈ ਕਿ ਇੱਕ ਗਰੁੱਪ ਗਿਆ
ਉਹਦੇ ਵਿੱਚ 3 ਫੈਮਿਲੀ ਹੈ, ਫੈਮਿਲੀ ਦੇ ਵਿੱਚ 3 ਫਾਦਰ ਨੇ, 3 ਬॉयਜ਼ ਨੇ, ਫਲਾਣੇ ਦਾ ਕੀ ਲੱਗਦਾ। ਤਾਂ ਅਨੋਲੋਜੀ ਜਿਹੜੀਆਂ ਨੇ ਉਹ ਇੱਕ ਤਰ੍ਹਾਂ ਨਾਲ ਇਸ ਤਰ੍ਹਾਂ ਦੇ ਰਿਲੇਸ਼ਨ ਜਿਹੜੇ ਹੈਗੇ ਆ ਹਿਡਨ ਰਿਲੇਸ਼ਨ ਨੂੰ ਟੈਗ ਕਰਨ ਦੀ ਗੱਲ ਹੁੰਦੀ ਹੈ। ਤਾਂ ਅਸੀਂ ਜਦੋਂ ਵੀ ਟੈਸਟ ਆਈਟਮ ਬਣਾਈਏ ਤਾਂ ਸਾਨੂੰ ਇਹ ਸਾਰਾ ਕੁਝ ਧਿਆਨ 'ਚ ਰੱਖਣਾ ਹੁੰਦਾ ਕਿ ਵੋਕੈਬਲਰੀ ਵਾਲੇ ਕਿੱਥੇ ਰੱਖਣੇ ਆ, ਸਪੇਸ ਵਾਲੇ ਕਿੱਥੇ ਰੱਖਣੇ ਆ, ਅਰਥਮੈਟਿਕ ਵਾਲੇ ਕਿੱਥੇ ਰੱਖਣੇ ਆ, ਔਰ ਅਨੋਲੋਜੀ ਵਾਲੇ ਕਿੱਥੇ ਰੱਖਣੇ ਆ। ਔਰ ਦੂਸਰੀ ਗੱਲ ਇਹ ਵੀ ਹੁੰਦੀ ਹੈ ਕਿ ਅਸੀਂ ਇਹ ਦੇਖੀਏ ਕਿ ਇਕੁਅਲ ਆਈਟਮਸ ਹੋ ਜਾਣ ਸਾਰੇ ਤਰ੍ਹਾਂ ਦੀ ਟਾਈਪਸ ਦੀਆਂ, ਔਰ ਅਸੀਂ ਸਪਾਇਰਲ ਅਰੇਂਜਮੈਂਟ ਕਰੀਏ ਕਿ ਪਹਿਲਾਂ ਵੋਕੈਬਲਰੀ ਦਿੱਤਾ, ਫਿਰ ਸਪੇਸ, ਫਿਰ ਅਰਥਮੈਟਿਕ, ਫਿਰ ਅਨੋਲੋਜੀ, ਫਿਰ ਵੋਕੈਬਲਰੀ ਦੇ ਦਿੱਤਾ, ਤਾਂ ਬੱਚਾ ਉਸ ਸਾਈਕਲ 'ਚ ਘੁੰਮਦਾ ਰਹੇ। ਔਰ ਇਹ ਨਾ ਹੋਵੇ ਕਿ ਇੱਕ ਟਰਾਇਲ 'ਚੋਂ ਹਿੱਟ ਐਂਡ ਟਰਾਇਲ ਕਰਕੇ ਸਾਰੇ ਅਟੈਂਪਟ ਕਰ ਗਿਆ, ਔਰ ਦੂਸਰੀ ਵਾਰ ਮਤਲਬ ਜੇ ਅਸੀਂ ਦੂਸਰਾ ਉਹਨੂੰ ਸਾਈਕਲ ਨਹੀਂ ਦੇਵਾਂਗੇ ਤਾਂ ਸਾਨੂੰ ਇਹ ਨਹੀਂ ਪਤਾ ਲੱਗੇਗਾ ਕਿ ਉਹਦਾ ਇਹ ਨੈਚੁਰਲ ਐਬਿਲਿਟੀ ਹੈ ਕਿ ਉਹ ਹਿੱਟ ਐਂਡ ਟਰਾਇਲ 'ਚੋਂ ਲਗਾ ਕੇ ਨਿਕਲ ਗਿਆ। ਇਹ ਸਾਨੂੰ ਦੇਖਣਾ ਹੋਏਗਾ। ਅਸੀਂ ਨੂੰ ਇਸ ਕਹਿੰਦੇ ਹਾਂ ਸਪਾਇਰਲ ਪਲਾਨ। ਅਗਲੀ ਗੱਲ ਹੈ ਲੌਜੀਕਲ ਗਰੁੱਪਿੰਗ। ਉਹ ਉਹੀ ਹੈ ਕਿ ਤੁਸੀਂ ਇੱਕ ਕੈਟਾਗਰੀ ਦੇ ਕੁਐਸਚਨ ਵੋਕੈਬਲਰੀ ਦੇ ਵੱਖਰੇ ਰੱਖ ਲਓ, ਸਪੇਸਿੰਗ ਦੇ ਵੱਖਰੇ ਰੱਖ ਲਓ, ਰੀਜ਼ਨਿੰਗ ਦੇ ਵੱਖਰੇ। ਆਮ ਤੌਰ 'ਤੇ ਲੌਜੀਕਲ ਗਰੁੱਪਿੰਗ ਆਉਂਦੀ ਹੈ, ਹਾਂਜੀ ਕਰਦੇ ਹਾਂ ਅਸੀਂ ਇਹਨੂੰ ਲੌਜੀਕਲ ਗਰੁੱਪਿੰਗ ਕਹਿੰਦੇ ਹਾਂ। ਉਹ ਲੌਜੀਕਲ ਗਰੁੱਪਿੰਗ ਅੱਗੇ ਪਲਾਨ ਅਸੀਂ ਡਿਸਕਸ ਕਰਨ ਲੱਗੇ ਹਾਂ। ਆਮ ਤੌਰ 'ਤੇ ਜਿਹੜੇ ਐਂਟਰੈਂਸ ਐਗਜ਼ਾਮ ਹੋਇਆ ਕਰਦੇ ਆ ਜਾਂ ਸਕਰੂਟਨੀ ਦੇ ਕੋਈ ਵੀ ਐਗਜ਼ਾਮ ਹੈ ਉਹਦੇ ਵਿੱਚ ਇਹੀ ਹੁੰਦਾ ਕਿ 25 ਨੰਬਰ ਦੇ ਰੀਜ਼ਨਿੰਗ ਦੇ ਆਉਣਗੇ, 25 ਨੰਬਰ ਦੇ ਜਿਹੜੇ ਹੈਗੇ ਆ ਤੁਹਾਡੇ ਸਪੇਸਿੰਗ ਦੇ ਆਉਣਗੇ, 25 ਨੰਬਰ ਦੇ ਤੁਹਾਡੇ ਜੀਕੇ ਦੇ ਆਉਣਗੇ। ਇਸ ਤਰ੍ਹਾਂ ਕੁਐਸਚਨ ਆਉਂਦੇ ਨਹੀਂ ਕਿ ਜੀਕੇ ਵਰਬਲ ਹੁੰਦੀ ਹੈ ਵੋਕੈਬਲਰੀ, ਹੈ ਨਾ। ਤਾਂ ਉਹ ਤੁਹਾਨੂੰ ਗਰੁੱਪਿੰਗ ਕਰਕੇ ਦਿੱਤੀ ਜਾਂਦੀ ਹੈ। ਤੁਸੀਂ ਲੌਜੀਕਲ ਗਰੁੱਪਿੰਗ ਵੀ ਕਰ ਸਕਦੇ ਹੋ। ਜਿਹੜੀ ਗੱਲ ਹੁਣੇ ਰਵੀਨਾ ਕਹਿ ਰਹੇ ਕਿ ਹਾਂਜੀ ਉਹਦੇ 'ਚ ਬੱਚੇ ਦੀ ਐਬਿਲਿਟੀ, ਵੀਕਨੈਸ ਔਰ ਉਹਦੀ ਸਟਰੈਂਥ ਜਿਹੜੀਆਂ ਨੇ ਵੀ ਕੁਡ ਰੈਕੋਗਨਾਈਜ਼, ਤਾਂ ਉਹ ਵੀ ਪੋਸੀਬਿਲਿਟੀ ਹੈ ਕਿ ਅਸੀਂ ਉਸ ਤਰ੍ਹਾਂ ਵੀ ਕਰ ਸਕਦੇ ਹਾਂ। ਤਾਂ ਯੂ ਹੈਵ ਟੂ ਆਪਟ ਐਨੀ particular plan of difficulty according to the level of that mental age of the child as well as the capacity and physical strength of the child। ਇਹ ਦੇਖਣਾ ਪਏਗਾ ਨਾ ਕਿ ਪ੍ਰਾਇਮਰੀ ਲਈ ਬਣਾ ਰਹੇ ਹੋ, ਮਿਡਲ ਲਈ ਬਣਾ ਰਹੇ ਹੋ, ਸੈਕੰਡਰੀ ਲਈ ਬਣਾ ਰਹੇ ਹੋ ਜਾਂ ਗ੍ਰੈਜੂਏਟ ਸਟੂਡੈਂਟਸ ਲਈ ਬਣਾ ਰਹੇ ਹੋ, ਤਾਂ ਉਸ ਦੇ ਅਕੋਰਡਿੰਗ ਸਾਨੂੰ ਪਲਾਨ ਜਿਹੜਾ ਹੈ ਉਹ ਆਪਟ ਕਰਨਾ ਹੋਏਗਾ। ਚੋਇਸ ਤੁਹਾਡੀ ਰਹੇਗੀ। ਠੀਕ, ਮੈਥਮੈਟਿਕਸ ਓਲੰਪੀਆਡ ਜਾਂ ਸਾਇੰਸ ਓਲੰਪੀਆਡ ਜਾਂ ਜੀਕੇ ਓਲੰਪੀਆਡ ਜਾਂ ਇੰਗਲਿਸ਼ ਓਲੰਪੀਆਡ, ਇਸ ਤਰ੍ਹਾਂ ਦੇ ਐਗਜ਼ਾਮ ਬੱਚੇ ਦੇ ਰਹੇ ਆ ਔਰ ਨੈਸ਼ਨਲ ਅਤੇ ਇੰਟਰਨੈਸ਼ਨਲ ਹੋਇਆ ਕਰਦੇ ਆ। ਓਲੰਪੀਆਡ ਇੱਕ NGO ਹੈ ਜਿਹੜੀ ਐਗਜ਼ਾਮ ਕਰਾਉਂਦੀ ਹੈ ਬੱਚਿਆਂ ਦੀ IQ ਲੈਵਲ ਔਰ ਹੋਰ ਚੈੱਕ ਕਰਨ ਲਈ। ਤਾਂ ਮੈਂ ਉਹ ਦੇਖ ਰਿਹਾ ਸੈਕਿੰਡ ਤੋਂ ਹੀ ਇਹ ਸਪਾਇਰਲ ਪਲਾਨ ਲੈਣਾ ਸ਼ੁਰੂ ਕਰ ਦਿੰਦੇ ਆ। ਸੈਕਿੰਡ ਤੋਂ ਹੀ ਬੱਚੇ ਨੂੰ ਉਸ ਲਈ ਫੈਮੀਲੀਅਰ ਕਰ ਦਿੰਦੇ ਆ, ਕਿਉਂਕਿ ਆਉਣ ਵਾਲੇ ਟਾਈਮ 'ਚ ਉਸ ਨੂੰ ਤਿਆਰ ਕਰਨਾ ਐਂਟਰੈਂਸ ਐਗਜ਼ਾਮ ਲਈ। ਤਾਂ ਐਂਟਰੈਂਸ ਐਗਜ਼ਾਮ ਸਾਰੇ ਸਪਾਇਰਲ ਪਲਾਨ 'ਚ ਹੁੰਦੇ ਆ। ਪ੍ਰੀ ਸਕੂਲ ਲਈ ਤੁਸੀਂ ਤਾਂ ਸੈਕੰਡਰੀ ਸਕੂਲ ਲਈ ਜਾਣਾ ਹੈ ਟੀਚਰ, ਤਾਂ ਤੁਸੀਂ ਇਹ 'ਚੋਂ ਕੋਈ ਵੀ ਐਨੀ ਪਲਾਨ ਲੈ ਸਕਦੇ ਹੋ, ਕਿਉਂਕਿ ਉਸ ਟਾਈਮ 'ਤੇ ਬੱਚਾ 15 ਸਾਲ ਤੋਂ ਬਾਅਦ ਤਾਂ ਏਜ ਬ੍ਰੇਨ ਤਾਂ ਡਿਵੈਲਪ ਹੋਏਗਾ ਨਹੀਂ, ਉਹਦੀ ਮੈਂਟਲ ਏਜ ਕੰਪਲੀਟ ਫੁੱਲ ਮੈਂਟਲ ਜਿਹੜੀ ਕੈਪੈਸਿਟੀ ਉਹ ਅਟੇਨ ਕਰ ਚੁੱਕਾ ਬੱਚਾ। ਉਸ ਤੋਂ ਬਾਅਦ ਤਾਂ ਉਹਦੀ ਕੋਈ ਗਰੋਥ ਨਹੀਂ ਹੋਣੀ ਮੈਂਟਲ। ਟੈਸਟ ਬਣ ਜਾਂਦਾ ਹੈ ਤਾਂ ਫਿਰ ਸਾਨੂੰ ਟੈਸਟ ਨੂੰ ਫਸਟ ਟਰਾਇਲ ਲੈਣਾ ਹੁੰਦਾ, ਕਿਉਂਕਿ ਇਹ ਨਹੀਂ ਹੁੰਦਾ ਕਿ ਇੱਕ ਵਾਰ ਟੈਸਟ ਬਣਾ ਲਿਆ ਅਤੇ ਫਸਟ ਟਰਾਇਲ 'ਚ ਹੀ ਉਹ ਫਾਈਨਲ ਹੋ ਜਾਂਦਾ ਹੈ। ਜਦੋਂ ਅਸੀਂ ਫਸਟ ਟਰਾਇਲ ਕਰਦੇ ਹਾਂ ਤਾਂ ਉਹਦੇ ਵਿੱਚ ਅਸੀਂ ਜਿਹੜਾ ਫਸਟ ਡਰਾਫਟ ਹੈ ਉਸ ਨੂੰ ਅਪਲਾਈ ਕਰਦੇ ਹਾਂ, ਔਰ ਅਪਲਾਈ ਕਰਨ ਦੇ ਜਿਹੜੇ ਹੈਗੇ ਆ 2-3 ਜਿਹੜੇ ਪੈਟਰਨ ਨੇ। ਇੱਕ ਹੈ ਇੰਡੀਵਿਜੂਅਲ ਟਰਾਈ ਆਊਟ ਕਰਦੇ ਹਾਂ ਕਿ ਇੱਕ ਬੱਚੇ ਨੂੰ ਦਿੱਤਾ, ਉਸ ਤੋਂ ਅਟੈਂਪਟ ਕਰਵਾਇਆ ਔਰ ਤੁਸੀਂ ਉਹਦੇ ਦੇਖਿਆ ਕਿ ਜਿਹੜਾ ਇਹ ਬੱਚਾ ਹੈਗਾ ਇਸਨੇ ਕਿਵੇਂ ਅਟੈਂਪਟ ਕੀਤਾ। ਅਤੇ ਉਹਦੇ ਵਿੱਚ ਕੀ ਹੁੰਦਾ ਕਿ ਚੋਇਸ ਫੈਕਟਰ ਆ ਜਾਂਦਾ, ਚਾਂਸ ਫੈਕਟਰ ਵੀ ਆ ਜਾਂਦਾ। ਮੰਨ ਲਓ ਤੁਸੀਂ ਜਿਹੜਾ ਬੱਚਾ ਆਪਟ ਕੀਤਾ ਉਹ ਬ੍ਰਿਲੀਅੰਟ ਆ ਗਿਆ, ਔਰ ਬ੍ਰਿਲੀਅੰਟ ਬੱਚੇ ਨੇ ਸਾਰੇ ਹੀ ਕੁਐਸਚਨ ਅਟੈਂਪਟ ਕਰ ਲਏ ਔਰ ਉੱਥੇ ਡਿਫੀਕਲਟੀ ਲੈਵਲ ਡਿਸਾਈਡ ਹੀ ਨਹੀਂ ਹੋ ਪਾਇਆ, ਕਿਉਂਕਿ ਉਹ ਬੱਚੇ ਦੇ ਕੈਲੀਬਰ 'ਚ ਸੀਗਾ ਔਰ ਉਹਨੇ ਤੁਹਾਡਾ ਡਿਫੀਕਲਟ ਤੋਂ ਡਿਫੀਕਲਟ ਕੁਐਸਚਨ ਵੀ ਅਟੈਂਪਟ ਕਰ ਲਿਆ। ਤਾਂ ਫਿਰ ਉੱਥੇ ਰਿਲਾਇਬਿਲਿਟੀ ਨਹੀਂ ਬਣਦੀ ਕਿ ਟੈਸਟ ਆਈਟਮ ਦੀ ਡਿਫੀਕਲਟੀ ਕੀ ਹੈ। ਤਾਂ ਅਸੀਂ ਫਿਰ ਅਗਲੀ ਗੱਲ ਕਰਦੇ ਹਾਂ ਕਿ ਜਿਹੜਾ ਹੈ ਇੰਡੀਵਿਜੂਅਲ ਤੋਂ ਬਾਅਦ ਗਰੁੱਪ, ਹੈ ਨਾ, ਸਮਾਲ ਗਰੁੱਪ ਦੀ ਗੱਲ ਕਰਦੇ ਹਾਂ, ਫਿਰ ਅਸੀਂ ਲਾਰਜ ਗਰੁੱਪ ਦੀ ਗੱਲ ਕਰਦੇ ਹਾਂ। ਤਾਂ ਅਸੀਂ ਟਰਾਇਲ ਜਿਹੜਾ ਹੈ ਉਹ 2-3 ਜਿਹੜਾ ਹੈ ਸਟੂਡੈਂਟਸ ਦੇ ਉੱਪਰ ਲਗਾਉਣਾ ਹੁੰਦਾ, ਅਤੇ ਸੈਂਪਲ ਦੇ ਵਿੱਚ ਅਸੀਂ ਕਹਿੰਦੇ ਹਾਂ ਕਿ ਸਾਰੇ ਹੋਣੇ ਚਾਹੀਦੇ ਆ, ਪੂਅਰ, ਐਵਰੇਜ ਔਰ ਬ੍ਰਿਲੀਅੰਟ ਸਟੂਡੈਂਟ ਹੋਣੇ ਚਾਹੀਦੇ। ਇਸ ਕਰਕੇ ਅਸੀਂ ਲਾਰਜ ਸੈਂਪਲ 'ਤੇ ਅਪਲਾਈ ਕਰਨ ਨੂੰ ਇੰਡੀਵਿਜੂਅਲ ਮੰਨਦੇ ਹਾਂ ਕਿ ਸਿੰਗਲ ਟਰਾਇਲ ਆਊਟ ਨਾਲੋਂ ਗਰੁੱਪ ਟਰਾਇਲ ਆਊਟ ਬੈਸਟ ਹੈ, ਜਿਹਦੇ ਵਿੱਚ ਅਸੀਂ 30 ਤੋਂ ਜ਼ਿਆਦਾ ਬੱਚਿਆਂ 'ਤੇ ਜੇ ਟਰਾਈ ਕਰੀਏ, ਕਿਉਂਕਿ ਸਾਡੀ ਰਿਸਰਚ ਇਹ ਕਹਿੰਦੀ ਹੈ ਕਿ 30+ ਜਿਹੜਾ ਤੁਹਾਡਾ ਸੈਂਪਲ ਹੈ ਦੈਟ ਇਜ਼ ਅ ਲਾਰਜ ਸੈਂਪਲ ਔਰ ਵੀ ਕੁਡ ਰਿਲਾਈ ਅਪੋਨ ਦ ਰਿਜ਼ਲਟਸ ਐਂਡ ਟ੍ਰੈਂਡਸ ਵਿਚ ਵੀ ਰਿਸੀਵ ਫਰੋਮ ਦੈਟ। ਤਾਂ ਅਸੀਂ 30 ਤੋਂ ਜ਼ਿਆਦਾ ਤੇ ਜਿਹੜੇ ਰਿਜ਼ਲਟ ਆਉਂਦੇ ਆ ਉਹ ਤੁਸੀਂ ਸਮਾਜ 'ਤੇ ਅਪਲਾਈ ਕਰ ਸਕਦੇ ਹੋ, ਕਿਉਂਕਿ ਉੱਥੇ ਹਰ ਤਰ੍ਹਾਂ ਦਾ ਮਿਕਸਚਰ ਆਫ ਐਬਿਲਿਟੀ ਦਾ ਬੱਚਾ ਤੁਹਾਨੂੰ ਮਿਲ ਜਾਏਗਾ। ਅਤੇ ਆਮ ਤੌਰ 'ਤੇ ਸਾਡੀਆਂ ਕਲਾਸਿਸ 40-50 ਦੀਆਂ ਹੁੰਦੀਆਂ ਹੀ ਨੇ। ਤਾਂ ਅਸੀਂ ਇੱਕ ਟੈਸਟ ਬਣਾ ਕੇ ਪਹਿਲਾ ਟਰਾਇਲ ਜਿਹੜਾ ਹੈ ਉਹ 40-50 ਦਾ ਬੱਚਿਆਂ 'ਤੇ ਕਰਦੇ ਹਾਂ। ਫਿਰ ਜਦੋਂ ਉਹਦੇ ਵਿੱਚੋਂ ਸਾਨੂੰ ਪਤਾ ਲੱਗੇਗਾ ਕਿ ਜਿਹੜਾ ਹੈ ਡਿਫੀਕਲਟੀ ਜਿਹੜੀ ਹੈ ਉਹ ਕਿਵੇਂ ਡਿਸਾਈਡ ਹੋਣੀ ਹੈ। ਪਰ ਇਸ ਤੋਂ ਪਹਿਲਾਂ ਕਿ ਜਦੋਂ ਐਡਮਿਨਿਸਟਰ ਕਰਨਾ ਹੈ ਤਾਂ ਸਾਨੂੰ ਕੰਡੀਸ਼ਨ ਜਿਹੜੀਆਂ ਨੇ ਇਨਵਿਜੀਲੇਟਰ ਅਤੇ ਸੁਪਰਵਾਈਜ਼ਰ ਜਿਹੜੇ ਨੇ ਉਹਨਾਂ ਨੂੰ ਸਾਰੀ ਇਨਫੋਰਮੇਸ਼ਨ ਦੇਣੀ ਹੈ।
फिर असी जिहड़ी है किसी तरह की मॉल प्रैक्टिस ना होवे ये देखना हुंदा है, और जब सारी वेंटिलेशन और हर तरह की जिहड़ी है प्रॉपर अरेंजमेंट सीटिंग की वो टाइम जिहड़ा है उसनूं असी ਇਹਦੇ ਵਿੱਚ ਐਡਮਿਨਿਸਟ੍ਰੇਸ਼ਨ ਦੇ ਵਿੱਚ ਜਿਹੜਾ ਹੈ ਲਿਖਣਾ ਹੈ। ਦੈਟ ਮੀਨ ਵੀ ਹੈਵ ਟੂ ਪ੍ਰੋਵਾਈਡ ਪ੍ਰੋਪਰ ਇੰਸਟਰਕਸ਼ਨਲ ਮੈਨੂਅਲ। ਤਾਂ ਇਹਦੇ ਵਿੱਚ ਅਗਲੀ ਗੱਲ ਆਉਂਦੀ ਹੈ ਕਿ ਸਕੋਰਿੰਗ, ਸਾਨੂੰ ਸਕੋਰਿੰਗ ਕੀ ਜੈਟ ਟੈਸਟ ਉਹ ਟ੍ਰੈਂਡ ਟੈਸਟ ਜਿਹੜੇ ਨੇ ਉਹ ਰਿਲਾਇਬਲ ਸਾਨੂੰ ਰਿਜ਼ਲਟਸ ਦਿੰਦੇ ਆ। ਤਾਂ ਇਸੇ ਕਾਰਨ ਇਹ ਕਿਹਾ ਜਾਂਦਾ ਕਿ ਜਦੋਂ ਵੀ ਤੁਸੀਂ ਕੋਈ ਟੈਸਟ ਸਟੈਂਡਰਡਾਈਜ਼ ਕਰੋ ਜਾਂ ਜੇ ਟੈਸਟ ਦੀ ਤੁਸੀਂ ਬੜੀ ਰਿਲਾਇਬਿਲਿਟੀ ਜਿਹੜਾ ਹੈ ਡਿਸਾਈਡ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਪਹਿਲਾ ਟਰਾਇਲ ਜਿਹੜਾ ਹੈ 30+ 'ਤੇ ਕਰੋ, ਠੀਕ ਹੈ। ਔਰ ਜਿਹੜੇ ਸਾਈਕੋਲੋਜੀ ਦੇ ਟੈਸਟ ਜਾਂ ਤੁਹਾਨੂੰ ਜਿਹੜਾ ਦੇਖੋ ਤੁਹਾਡੇ 'ਤੇ ਇੰਟੈਲੀਜੈਂਸ ਜਾਂ ਕ੍ਰੀਏਟੀਵਿਟੀ ਦੇ ਟੈਸਟ ਲਗਾਏ ਜਾਂਦੇ ਆ 1000+ 'ਤੇ ਆਮ ਤੌਰ 'ਤੇ ਲਗਾਏ ਜਾਂਦੇ ਆ, ਤਾਂ ਕਿ ਜਿਹੜਾ ਸੈਂਪਲ ਹੈ ਉਹ ਇੰਨਾ ਲਾਰਜ ਹੋ ਜਾਵੇ ਅਤੇ ਉਹਦੇ 'ਚ ਜਿਹੜਾ ਐਰਰ ਆਫ ਇੰਡੀਵਿਜੂਅਲ ਹੈ ਉਹ, ਜਿਵੇਂ ਮੰਨ ਲਓ ਕਿ 10 ਬੱਚੇ ਆ ਉਹ ਬਹੁਤ ਇੰਟੈਲੀਜੈਂਟ ਹੈ ਪਰ ਬਹੁਤ ਕੇਅਰਲੈਸ ਹੈ, ਔਰ ਉਹ ਕੇਅਰਲੈਸ ਹੋਣ ਕਾਰਨ ਹੀ 4 ਕੁਐਸਚਨ ਗਲਤ ਕਰ ਦਿੰਦੇ ਆ ਪਰ ਉਹਨਾਂ ਨੂੰ ਆਉਂਦੇ ਸੀਗੇ। ਤਾਂ ਪਰ ਜਦੋਂ 1000 ਦਾ ਸੈਂਪਲ ਹੋਏਗਾ ਤਾਂ ਅਸੀਂ ਉਸ ਨੂੰ ਵੀ ਮੋਨੀਟਰ ਕਰ ਸਕਦੇ ਹਾਂ ਕਿ ਜਿਹੜਾ ਹਿਊਮਨ ਐਰਰ ਹੈ ਅਸੀਂ ਉਸ ਨੂੰ ਵੀ ਕੰਟਰੋਲ ਕਰ ਸਕਦੇ ਹਾਂ। ਦੈਟਸ ਵਾਈ ਸਾਨੂੰ ਜਿਹੜਾ ਹੈ ਲਾਰਜ ਸੈਂਪਲ ਲਈ ਜਾਣਾ ਹੈ। ਅਗਲੀ ਗੱਲ ਹੁੰਦੀ ਹੈ ਜਦੋਂ ਤੁਸੀਂ ਆਬਜੈਕਟਿਵ ਟਾਈਪ ਦੀਆਂ ਆਈਟਮਸ ਲੈਂਦੇ ਹੋ ਤਾਂ ਤੁਹਾਨੂੰ ਆਨਸਰ ਕੀ ਬਣਾਉਣੀ ਪਏਗੀ। ਇਹ ਗੱਲ ਆਪਾਂ ਪਹਿਲਾਂ ਵੀ ਕੀਤੀ ਹੈ ਕਿ ਜੇ ਫਸਟ ਕੁਐਸਚਨ ਦਾ A ਹੈ, ਸੈਕੰਡ ਦਾ C ਹੈ, ਔਰ ਥਰਡ ਦਾ ਫਿਰ D ਹੈ, ਫਿਰ ਫੋਰਥ ਦਾ D ਹੈ, ਫਿਰ ਫਿਫਥ ਦਾ B ਹੈ, ਤਾਂ ਸਾਨੂੰ ਇਹ ਵੀ ਦੇਖਣਾ ਪਏਗਾ ਕਿ ਸਕੋਰਿੰਗ ਕੀ ਬਣ ਜਾਵੇ। ਸਕੋਰਿੰਗ ਕੀ ਦੇ ਨਾਲ ਨਾਲ ਉਹਨਾਂ ਦੀ ਵੇਟੇਜ ਆਫ ਮਾਰਕਸ ਵੀ ਹੋਏਗਾ। ਜੇ ਤਾਂ ਤੁਸੀਂ ਇਕੁਅਲ ਵੇਟੇਜ ਦਿੱਤੀ ਹੈ ਕਿ ਹਰ ਕੁਐਸਚਨ ਦੇ ਹਾਫ ਮਾਰਕਸ ਜਾਂ 1 ਮਾਰਕਸ ਨੇ ਆਬਜੈਕਟਿਵ ਟਾਈਪ ਦੇ, ਫਿਰ ਤਾਂ ਠੀਕ ਹੈ। ਪਰ ਜੇ ਵੇਟੇਜ ਵੇਰੀ ਕਰਦੀ ਹੈ ਤਾਂ ਤੁਹਾਨੂੰ ਮਾਰਕਸ ਦਾ ਕਾਲਮ ਵੀ ਨਾਲ ਲਾਉਣਾ ਪਏਗਾ ਕਿ ਜਿਹੜਾ ਪਹਿਲਾ ਕੁਐਸਚਨ ਹੈ ਉਹ ਅੱਧੇ ਨੰਬਰ ਦਾ ਹੈ, ਦੂਸਰਾ ਕੁਐਸਚਨ 1 ਨੰਬਰ ਦਾ ਹੈ, ਕੋਈ ਕੁਐਸਚਨ 2 ਨੰਬਰ ਦਾ। ਤਾਂ ਤੁਹਾਨੂੰ ਜਿਹੜਾ ਸਕੋਰਿੰਗ ਕੀ ਹੈ ਉਹ ਪ੍ਰੋਪਰਲੀ ਨਾਲ ਤਿਆਰ ਕਰਨੀ ਹੋਏਗੀ ਜਦੋਂ ਤੁਸੀਂ ਤਿਆਰ ਕਰਦੇ ਹੋ। ਐਨੀ ਗੱਲ ਕਲੀਅਰ ਹੋ ਗਈ? ਹਾਂ ਠੀਕ ਹੈ, ਹਾਂਜੀ ਬੋਲੋ। ਦੇਖੋ ਜਿਹੜੇ ਤਾਂ ਸਟੈਂਡਰਡ ਟੈਸਟ ਜਾਂ ਲਗਾਏ ਜਾਂਦੇ ਆ, ਜਿਵੇਂ ਤੁਹਾਡੇ ਸਕਰੀਨਿੰਗ ਟੈਸਟ, ਐਂਟਰੈਂਸ ਐਗਜ਼ਾਮ ਜਾਂ ਕੋਈ ਕੁਆਲੀਫਾਈਂਗ ਜੋਬ ਐਗਜ਼ਾਮ ਹੁੰਦੇ ਆ, ਉਹਨਾਂ 'ਚ ਤਾਂ ਹੁੰਦੇ ਆ। ਔਰ ਬਹੁਤ ਸਾਰੀਆਂ ਜਿਹੜੀਆਂ ਯੂਨੀਵਰਸਿਟੀਜ਼ ਨੇ ਉਹਨਾਂ ਨੇ ਆਪਣੇ ਟੈਸਟ ਜਿਹੜੇ ਆ ਕਿਸੇ ਕਲਾਸ ਲਈ ਜਿੱਥੇ ਸਿਲੇਬਸ 3-4 ਸਾਲ ਲਈ ਸਟੈਟਿਕ ਰਹਿੰਦਾ ਹੈ, ਉਹਨਾਂ ਨੇ ਉਹ ਟੈਸਟ ਸਟੈਂਡਰਡਾਈਜ਼ ਕੀਤੇ ਹੁੰਦੇ ਆ ਔਰ ਉਹਨਾਂ ਦੇ ਟਰਾਇਲ ਹੁੰਦੇ ਆ। ਪਰ ਜਿਵੇਂ ਸਾਡੇ ਇੱਥੇ ਪੈਟਰਨ ਇੰਡੀਆ ਦੇ ਵਿੱਚ ਇਹ ਹੈਗਾ, ਸਾਡਾ ਸਿਲੇਬਸ ਭਾਵੇਂ 10 ਸਾਲ ਸਟੈਟਿਕ ਰਹੇ, ਅਸੀਂ ਸਟੈਂਡਰਡ ਟੈਸਟ ਨਹੀਂ ਬਣਾਉਂਦੇ। ਟੀਚਰ ਹਰ ਸਾਲ ਨਵਾਂ ਟੈਸਟ ਬਣਾਉਂਦਾ ਔਰ ਉਹਦੇ ਵਿੱਚ ਟੀਚਰ ਦੇ ਜਿਹੜਾ ਟੈਸਟ ਹੁੰਦਾ ਹੈ ਉਹਦੇ 'ਚ ਉਨੀ ਵਰਾਇਟੀ ਵੀ ਨਹੀਂ ਮਿਲਦੀ, ਉਹਦੇ 'ਚ ਉਨੇ ਸਟੈਂਡਰਡ ਪੈਰਾਮੀਟਰਸ ਵੀ ਨਹੀਂ ਧਿਆਨ 'ਚ ਰੱਖੇ ਜਾਂਦੇ। ਜਿਵੇਂ ਅਸੀਂ ਕਹਿੰਦੇ ਹਾਂ ਕਿ ਆਬਜੈਕਟਿਵ ਟਾਈਪ, ਤੁਸੀਂ ਦੇਖੋ B.Ed ਦਾ ਕਦੇ ਆਬਜੈਕਟਿਵ ਟਾਈਪ ਟੈਸਟ ਨਹੀਂ ਆਉਂਦਾ, ਕੋਈ ਆਈਟਮ ਆਉਂਦੀ ਨਹੀਂ ਹੈ। ਹੌਟ ਆਨਸਰ ਟਾਈਪ ਕੁਐਸਚਨ ਜਿਹੜੇ ਨੇ ਉਹ ਅਸੀਂ ਨਹੀਂ ਲੈਂਦੇ। ਹੌਟ ਦਾ ਕਿਉਂ ਨਹੀਂ ਲੈਂਦੇ? ਕਿਉਂਕਿ ਉਹ ਥਿੰਕਿੰਗ ਸਟਾਈਲ ਦੇ ਵਿੱਚ ਸਾਨੂੰ ਵੋਕੈਬਲਰੀ ਜਿਹੜੀ ਹੈ ਰਿਚ ਰੱਖਣੀ ਹੋਏਗੀ ਔਰ ਉਹਦੇ ਵਿੱਚ ਅਸੀਂ ਅਲੱਗ ਤੋਂ ਕੈਲੀਬਰ ਬੱਚੇ ਦਾ ਚੈੱਕ ਕਰਨਾ, ਟੀਚਰ ਨੂੰ ਪਹਿਲਾਂ ਉੱਤੇ ਮਿਹਨਤ ਕਰਨੀ ਪੈਂਦੀ ਹੈ ਬਣਾਉਣ ਲਈ। ਤਾਂ ਸਾਡੇ ਇੱਥੇ ਥੋੜ੍ਹਾ ਅਸੀਂ ਪੂਅਰ ਪ੍ਰੈਕਟਿਸਿਸ ਨਾਲ ਆ। ਜੇ ਤੁਸੀਂ ਫਿਨਲੈਂਡ ਦੇ ਸਕੂਲ ਨੂੰ ਦੇਖੋ ਜਾਂ ਉਹਨਾਂ ਦੇ ਤੁਸੀਂ ਐਵੈਲੂਏਸ਼ਨ ਸਟ੍ਰੈਟਜੀ ਦੇਖੋ, ਉਹ ਕਦੇ ਮਤਲਬ ਸਟੈਂਡਰਡਾਈਜ਼ ਟੈਸਟ ਤੋਂ ਬਿਨਾਂ ਹੋਰ ਟੈਸਟ ਅਲਾਓ ਨਹੀਂ ਕਰਦੇ ਲਗਾਉਣਾ। ਤਾਂ ਇਸੇ ਤਰ੍ਹਾਂ ਯੂਨੀਵਰਸਿਟੀਜ਼ ਨੇ, ਜਿਵੇਂ ਸਕੂਲ ਲੈਵਲ ਦੇ ਉੱਪਰ ਸਾਡੇ ਇੰਡੀਆ 'ਚ ਤਾਂ ਬਿਲਕੁਲ ਹੀ ਨਹੀਂ ਹੈ, ਪਰ ਫਿਰ ਵੀ ਅਸੀਂ ਜਿਹੜੇ ਹੁਣ ਐਂਟਰੈਂਸ ਐਗਜ਼ਾਮ ਤੁਹਾਡਾ PMT ਦਾ ਹੁੰਦਾ ਹੈ, JEE ਦਾ ਹੁੰਦਾ ਹੈ ਜਾਂ B.Ed ਦਾ ਐਗਜ਼ਾਮ ਹੁੰਦਾ ਹੈ ਐਂਟਰੈਂਸ, ਤਾਂ ਉਹਨਾਂ ਸਾਰਿਆਂ 'ਚ ਸਟੈਂਡਰਡਾਈਜ਼ ਟੈਸਟ ਲਗਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਜਿਵੇਂ UGC ਦਾ ਐਗਜ਼ਾਮ ਦਿੰਦੇ ਹੋ ਤੁਸੀਂ ਨੈਟ ਦਾ, ਉਹ ਵੀ ਸਟੈਂਡਰਡਾਈਜ਼ ਹੁੰਦਾ ਹੈ, ਜਾਂ ਜਿਹੜਾ ਤੁਸੀਂ IAS ਦਾ ਟੈਸਟ ਦਿੰਦੇ ਹੋ ਉਹ ਵੀ ਸਟੈਂਡਰਡਾਈਜ਼ ਹੁੰਦਾ ਹੈ। ਹਾਲਾਂਕਿ ਉਹ ਟਰਾਇਲ ਨਹੀਂ ਉਹਦੇ ਹੁੰਦੇ, ਪਰ ਉਹਨਾਂ ਦੀਆਂ ਟੈਸਟ ਆਈਟਮ ਦੇ ਗਰੁੱਪਿੰਗ ਇਸ ਤਰ੍ਹਾਂ ਕੀਤੀ ਜਾਂਦੀ ਹੈ ਕਿ ਜਿਹੜੀਆਂ ਆਈਟਮ ਸਿਲੈਕਟ ਕੀਤੀਆਂ ਹੁੰਦੀਆਂ ਨੇ ਉਹ ਟਰਾਇਲ 'ਚੋਂ ਕੀਤੀਆਂ ਹੁੰਦੀਆਂ ਨੇ। ਮੰਨ ਲਓ ਇੱਕ ਗਰੁੱਪ ਬਣਾ ਲਿਆ 10 ਐਕਸਪਰਟ ਦਾ, ਉਹਨੂੰ ਕਿਹਾ ਵੀ ਤੁਸੀਂ ਆਬਜੈਕਟਿਵ ਟਾਈਪ ਟੈਸਟ ਹਿਸਟਰੀ ਦੇ ਬਣਾ ਦਿਓ। ਉਹ ਹਿਸਟਰੀ ਦੇ ਟੈਸਟ ਬਣਾਉਂਦੇ ਔਰ ਉਹਨਾਂ ਨੂੰ ਸਟੂਡੈਂਟਸ ਨੂੰ ਆਪਣਿਆਂ ਨੂੰ ਹੀ ਸਪਰੈਡ ਕਰਕੇ ਦੇਖਦੇ ਆ ਇਹਨਾਂ 'ਚੋਂ ਕਿੰਨੇ ਅਟੈਂਪਟ ਕਰ ਪਾਉਂਦੇ ਆ। ਫਿਰ ਉਹਨਾਂ 'ਚੋਂ ਜਿਹੜਾ ਐਵਰੇਜ ਡਿਫੀਕਲਟੀ ਲੈਵਲ ਜਿਵੇਂ ਹੁੰਦਾ ਉਵੇਂ ਟੈਸਟ ਆਈਟਮ ਦੇ ਗਰੁੱਪ ਬਣਾ ਲਏ ਜਾਂਦੇ ਆ। ਫਿਰ ਉਹਨਾਂ 'ਚੋਂ ਚੱਕ ਕੇ ਹਰ ਸਾਲ IAS ਦਾ ਜਿਹੜਾ ਐਗਜ਼ਾਮ ਬਣ ਜਾਂਦਾ। ਤਾਂ ਇਸ ਢੰਗ ਨਾਲ ਸਾਨੂੰ ਜਿਹੜਾ ਹੈ ਕਰਨਾ ਹੁੰਦਾ। ਮਾਰਕਿੰਗ ਸਕੀਮ ਦੀ ਪਹਿਲਾਂ ਹੀ ਗੱਲ ਕਰ ਚੁੱਕੇ ਹਾਂ ਕਿ ਐਸੇ ਟਾਈਪ ਜਿਹੜਾ ਹੈ ਉਹਦੇ ਕਿੰਨੇ ਨੰਬਰ ਹੋਣਗੇ, ਸ਼ਾਰਟ ਆਨਸਰ ਦੇ ਕਿੰਨੇ ਨੰਬਰ ਹੋਣਗੇ। ਔਰ ਜਦੋਂ ਅਸੀਂ ਐਸੇ ਟਾਈਪ ਕੁਐਸਚਨ ਦੀ ਗੱਲ ਕਰਦੇ ਹਾਂ ਤਾਂ ਅਸੀਂ ਕਹਿੰਦੇ ਹਾਂ ਕਿ ਕੁਐਸਚਨ ਦੇ ਵਿੱਚ 8 ਮਾਰਕਸ ਜਿਹੜੇ ਹੈਗੇ ਆ ਉਹ ਜਿਹੜੇ 6 ਜਿਹੜੇ ਹੈਗੇ ਆ ਪਾਰਟਸ ਦੇ ਵਿੱਚ ਡਿਵਾਈਡ ਕੀਤੇ ਹੁੰਦੇ ਆ। ਜਿਵੇਂ ਪਹਿਲਾਂ ਇੰਟਰੋਡਕਟਰੀ ਲਿਖਿਆ ਕਿ ਨਹੀਂ ਲਿਖਿਆ, ਹਾਫ ਮਾਰਕਸ ਇੰਟਰੋਡਕਸ਼ਨ ਦਾ ਹੈ। ਫਿਰ ਮੀਨਿੰਗ ਲਿਖਿਆ, ਜਦੋਂ ਮੀਨਿੰਗ ਲਿਖਿਆ ਉਹਦੇ ਵਿੱਚ ਟੈਮੋਲੋਜੀਕਲ ਮੀਨਿੰਗ, ਜਨਰਲ ਮੀਨਿੰਗ, ਡੈਫੀਨੇਸ਼ਨਲ ਔਰ ਕਨਕਲੂਜਨ ਦਿੱਤਾ ਤਾਂ 2 ਨੰਬਰ ਨੇ। ਜੇ ਇਹਨਾਂ 'ਚ ਕੋਈ ਚੀਜ਼ ਮਿਸ ਹੈ ਤਾਂ ਉਹਦਾ ਹਾਫ ਨੰਬਰ ਜਿਹੜਾ ਹੈ ਕੱਟ ਹੋ ਜਾਏਗਾ। ਫਿਰ ਜਿਹੜਾ ਮੇਨ ਕੰਟੈਂਟ ਆਉਂਦਾ ਹੈ ਉਹਦੇ 4 ਨੰਬਰ ਹੁੰਦੇ ਆ। ਫਿਰ ਬਾਅਦ 'ਚ ਜਾ ਕੇ ਜਦੋਂ ਅਸੀਂ ਕਨਕਲੂਜਨ ਲਿਖਦੇ ਹਾਂ ਉਹਦਾ 1.5 ਮਾਰਕਸ ਫਿਰ ਹੁੰਦਾ। ਤਾਂ ਇਸ ਤਰ੍ਹਾਂ ਕਰਕੇ ਅਸੀਂ ਡਿਵਾਈਡ ਕੀਤੇ ਹੋਏ ਨੰਬਰ ਹੁੰਦੇ ਆ
ਇਹ ਨਹੀਂ ਹੁੰਦਾ ਕਿ ਮਤਲਬ ਟੀਚਰ ਜਿਹੜਾ ਹੈ 8 ਨੰਬਰ ਸਿੱਧੇ ਹੀ ਕੋਈ ਜਿਹੜਾ ਹੈ ਗਿੱਠ ਪਾ ਕੇ ਲਗਾ ਦਿੰਦਾ ਮਿਹਨਤੀ ਕਰਕੇ ਵੀ 1 ਹੱਥ ਹੋ ਗਿਆ ਬਹੁਤ ਹੈ। ਔਰ ਪ੍ਰੋਪਰ ਜਿਹੜਾ ਹੈ ਡਿਮਾਂਡ ਹੁੰਦੀ ਹੈ ਕੁਐਸਚਨ ਦੀ ਕਿ ਉਹ ਕਿਸ ਤਰ੍ਹਾਂ ਦਾ ਕੁਐਸਚਨ ਅਟੈਂਪਟ ਚਾਹੀਦੀ ਹੈ ਅਤੇ ਤਾਂ ਅਸੀਂ ਉਹਨੂੰ ਨੰਬਰ ਦੇਵਾਂਗੇ। ਤਾਂ ਉਹ ਸਾਰਾ ਸਕੀਮ ਸਾਨੂੰ ਜਿਹੜੀ ਹੈ ਪਹਿਲਾਂ ਤੋਂ ਲਿਖਣੀ ਹੋਏਗੀ ਔਰ ਉਹਦਾ ਜਿਹੜਾ ਵੈਲੂਏਟਰ ਹੈ ਉਸ ਨੂੰ ਇਹ ਪ੍ਰੋਵਾਈਡ ਕਰਕੇ ਨਾਲ ਦੇਣੀ ਹੁੰਦੀ ਹੈ। ਅਗਲੀ ਗੱਲ ਅਸੀਂ ਇਹਦੇ ਵਿੱਚ ਕਰਦੇ ਹਾਂ ਕਿ ਕੁਐਸਚਨ ਵਾਈਜ਼ ਐਨਾਲਿਸਿਸ ਦੀ ਗੱਲ ਹੁੰਦੀ ਹੈ। ਕੁਐਸਚਨ ਵਾਈਜ਼ ਐਨਾਲਿਸਿਸ ਨੂੰ ਅਸੀਂ ਆਈਟਮ ਐਨਾਲਿਸਿਸ ਵੀ ਆਖਦੇ ਹਾਂ। ਆਈਟਮ ਐਨਾਲਿਸਿਸ ਦਾ ਮਤਲਬ ਹੁੰਦਾ ਕਿ ਅਸੀਂ ਇਹ ਦੇਖਣਾ ਕਿ ਟੈਸਟ ਜਿਹੜਾ ਹੈ ਇਹਦੀ ਵੀਕਨੈਸ ਅਤੇ ਸਟਰੈਂਥ ਕੀ ਹੈ। ਇਹ ਟੈਲੀ ਕਰਨ ਦੇ ਲਈ ਅਸੀਂ ਕੀ ਕਰਦੇ ਹਾਂ, ਜਿਹੜਾ ਬਲੂਪ੍ਰਿੰਟ ਅਸੀਂ ਬਣਾਉਂਦੇ ਹਾਂ ਫਸਟ ਪਲਾਨ, ਉਹਦੇ ਵਿੱਚ ਐਨਾਲਿਸਿਸ ਕਰਨ ਦੇ ਲਈ ਅਸੀਂ ਬਹੁਤ ਸਾਰੀਆਂ ਸਟੈਟਿਸਟੀਕਲ ਟੈਕਨੀਕਸ ਲਗਾਉਂਦੇ ਹਾਂ। ਠੀਕ ਹੈ, ਕਈ ਵਾਰ ਤਾਂ ਇੰਡੀਵਿਜੂਅਲ ਆਈਟਮ ਇਕੱਲੀ ਆਈਟਮ ਨੂੰ ਕੀਤਾ ਜਾਂਦਾ ਹੈਗਾ, ਅਤੇ ਕਈ ਵਾਰ ਅਸੀਂ ਇਹ ਕਰਦੇ ਹਾਂ ਕਿ ਜਿਹੜਾ ਹੈ ਹਾਈਲੀ ਸੋਫਿਸਟੀਕੇਟਡ ਜਾਂ ਬਹੁਤ ਟੈਕਨੀਕਲ ਜਿਹੜੀਆਂ ਟੈਕਨੀਕਸ ਨੇ ਉਹਨਾਂ ਨੂੰ ਯੂਜ਼ ਕਰ ਲੈਂਦੇ ਹਾਂ ਔਰ ਫਿਰ ਟੀ ਟੈਸਟ ਵਗੈਰਾ ਲਗਾ ਕੇ, ਜਾਂ ਅਸੀਂ ਜਿਵੇਂ ਕੈਲੇ ਦਾ ਫਾਰਮੂਲਾ ਹੈ ਡਿਫੀਕਲਟੀ ਡਿਸਾਈਡ ਕਰਨ ਦਾ, ਉਸ ਤਰ੍ਹਾਂ ਦੇ ਜਿਹੜੀਆਂ ਆਈਟਮਸ ਲਗਾ ਕੇ ਅਸੀਂ ਜਿਹੜਾ ਹੈ ਡਿਫੀਕਲਟੀ ਡਿਸਾਈਡ ਕਰਦੇ ਹਾਂ, ਤਾਂ ਕਿ ਸਾਨੂੰ ਇਹ ਪਤਾ ਲੱਗ ਸਕੇ ਕਿ ਕਿਹੜਾ ਜਿਹੜਾ ਟੈਸਟ ਆਈਟਮ ਜਿਹੜੀ ਹੈ ਉਹ ਡਰੋਪ ਕਰਨੀ ਹੈ, ਕਿਹੜੀ ਟੈਸਟ ਆਈਟਮ ਰੱਖਣੀ ਹੈ। ਤਾਂ ਜ਼ਿਆਦਾਤਰ ਇਹ ਪ੍ਰੈਫਰ ਕੀਤਾ ਜਾਂਦਾ ਕਿ ਬਹੁਤ ਸਾਰੀਆਂ ਸਿੰਪਲ ਜਿਹੀਆਂ ਟੈਕਨੀਕਸ ਜਿਹੜੀਆਂ ਨੇ ਉਹਨਾਂ ਨੂੰ ਜਿਹੜਾ ਕੰਸੀਡਰ ਕੀਤਾ ਜਾਵੇ, ਤਾਂ ਕਿ ਨਾਰਮਲ ਕਲਾਸਰੂਮ ਟੀਚਰ ਜਿਹੜਾ ਹੈ, ਜਿਹਦੇ ਕੋਲ ਕੋਈ ਬਹੁਤ ਵੱਡੀ ਐਕਸਪਰਟਾਈਜ਼ ਨਹੀਂ ਹੈ ਜਾਂ ਜਿਹਦੇ ਕੋਲ ਐਕਸਪੀਰੀਅੰਸ ਨਹੀਂ ਹੈ ਟੈਸਟ ਨੂੰ ਸਟੈਂਡਰਡਾਈਜ਼ ਕਰਨ ਦਾ, ਉਹ ਵੀ ਟੈਸਟ ਆਈਟਮ ਨੂੰ ਜਿਹੜਾ ਹੈ ਕੰਮ ਕਰ ਸਕੇ। ਤਾਂ ਆਈਟਮ ਐਨਾਲਿਸਿਸ ਜਿਹੜਾ ਹੈ ਉਹ ਕਰਨਾ ਹੁੰਦਾ। ਆਈਟਮ ਐਨਾਲਿਸਿਸ 'ਚ ਅਸੀਂ ਇਹ ਦੇਖਦੇ ਹਾਂ ਕਿ ਮੰਨ ਲਓ ਕਿ ਪਹਿਲਾ ਕੁਐਸਚਨ ਕਿੰਨੇ % ਲੋਕਾਂ ਨੇ ਅਟੈਂਪਟ ਕੀਤਾ ਔਰ ਲਾਸਟ ਕੁਐਸਚਨ ਕਿੰਨੇ % ਲੋਕਾਂ ਨੇ ਅਟੈਂਪਟ ਕੀਤਾ। ਜਿਹੜੇ ਅਸੀਂ ਐਵਰੇਜ ਡਿਫੀਕਲਟੀ ਦੇ ਰੱਖੇ ਸੀ ਉਹ ਕਿੰਨੇ % ਨੇ ਅਟੈਂਪਟ ਕੀਤੇ। ਤਾਂ ਅਸੀਂ ਇਹ ਦੇਖਦੇ ਹਾਂ ਜਿਹੜਾ ਹਾਈਐਸਟ ਡਿਫੀਕਲਟੀ ਲੈਵਲ ਦਾ ਕੁਐਸਚਨ ਰੱਖਿਆ, ਜੇ ਉਹ 2% ਜਿਹੜੇ ਲੋਕ ਨੇ ਉਹਨਾਂ ਨੇ ਅਟੈਂਪਟ ਨਹੀਂ ਕੀਤਾ, ਤਾਂ ਉਹ ਕੁਐਸਚਨ ਆਈਟਮ ਜਿਹੜੀ ਹੈ ਉਹ ਰਿਲਾਇਬਲ ਆਈਟਮ ਨਹੀਂ ਹੈ, ਕਿਉਂਕਿ ਅਸੀਂ ਇਹ ਮੰਨਦੇ ਹਾਂ ਕਿ ਨਾਰਮਲ ਪਾਪੂਲੇਸ਼ਨ 'ਚ 2% ਗਿਫਟਡ ਲੋਕ ਨੇ ਔਰ ਉਹ ਹਰ ਤਰ੍ਹਾਂ ਦਾ ਡਿਫੀਕਲਟੀ ਲੈਵਲ ਅਟੇਨ ਕਰਨਗੇ। ਪਰ ਜੇ ਉਹ ਡਿਫੀਕਲਟੀ ਲੈਵਲ 2% ਤੋਂ ਵੀ ਘੱਟ ਲੋਕਾਂ ਨੇ ਅਟੇਨ ਕੀਤਾ, ਇਹਦਾ ਮਤਲਬ ਹੈ ਉਹਦੀ ਡਿਫੀਕਲਟੀ ਟੂ ਮੱਚ ਹਾਰਡ ਹੈ, ਅਸੀਂ ਉਸ ਨੂੰ ਰਿਪਲੇਸ ਕਰਨਾ ਹੈ। ਈਜ਼ੀ ਜਿਹੜੇ ਕੁਐਸਚਨ ਨੇ ਤਾਂ ਅਸੀਂ ਕਹਿੰਦੇ ਹਾਂ ਕਿ 2% ਬਿਲਕੁਲ ਜਿਹੜਾ ਹੈ ਪੂਅਰ ਇੰਟੈਲੀਜੈਂਸ ਨਾਲ ਹੋਣਗੇ, ਉਹਨਾਂ ਨੂੰ ਨਹੀਂ ਅਟੈਂਪਟ ਕਰਨਾ ਚਾਹੀਦਾ। ਜੇ ਸਭ ਨੇ ਅਟੈਂਪਟ ਕਰ ਦਿੱਤਾ ਫਿਰ ਕਹਿੰਦੇ ਟੂ ਈਜ਼ੀ ਹੈ, ਅਗਰ ਟੂ ਈਜ਼ੀ ਹੈ ਤਾਂ ਫਿਰ ਅਸੀਂ ਉਹਨੂੰ ਡਰੋਪ ਕਰੀਏ, ਤਾਂ ਉਹਦੇ ਥਾਂ 'ਤੇ ਕੋਈ ਹੋਰ ਕੁਐਸਚਨ ਆਈਟਮ ਲਈਏ। ਤਾਂ ਅਸੀਂ ਹਰ ਟੈਸਟ ਆਈਟਮ ਦੀ ਜਿਹੜੀ ਹੈ ਪ੍ਰੋਪਰ ਐਨਾਲਾਈਜ਼ ਕਰਦੇ ਹਾਂ ਔਰ ਫਿਰ ਉਸ ਤੋਂ ਬਾਅਦ ਹੀ ਟੈਸਟ ਆਈਟਮ। ਇੰਨੀ ਗੱਲ ਕਰੀਏ ਡਿਸਕ੍ਰਿਮੀਨੇਸ਼ਨ ਵੈਲਿਊ ਦੀ, ਇਹਦੇ ਵਿੱਚ ਜਦੋਂ ਅਸੀਂ ਜਦੋਂ ਪੇਪਰ ਕੰਸਟਰਕਟ ਕਰ ਰਹੇ ਹੁੰਦੇ ਹਾਂ ਤਾਂ ਸਾਨੂੰ ਇੱਕ ਡਿਸਕ੍ਰਿਮੀਨੇਸ਼ਨ ਵੈਲਿਊ ਵੀ ਦੇਖਣੀ ਹੁੰਦੀ ਹੈ। ਇਹਦਾ ਮਤਲਬ ਕੀ ਹੁੰਦਾ ਹੈ, ਡਿਸਕ੍ਰਿਮੀਨੇਸ਼ਨ ਕਹਿੰਦੇ ਆ ਕਿ ਇਫ ਲਾਰਜ ਪ੍ਰਪੋਰਸ਼ਨ ਆਫ ਦ ਸਟੂਡੈਂਟ ਫਰੋਮ ਦ ਅਪਰ ਗਰੁੱਪ ਕਰੈਕਟਲੀ ਆਨਸਰ ਦ ਆਈਟਮ ਦੈਨ ਦ ਲੋਅਰ ਗਰੁੱਪ। ਇਹ ਮੰਨਿਆ ਜਾਂਦਾ ਹੈ ਕਿ ਅਸੀਂ ਡਿਸਕ੍ਰਿਮੀਨੇਸ਼ਨ ਇਸ ਤਰ੍ਹਾਂ ਕਹਿੰਦੇ ਹਾਂ ਕਿ ਜਿਹੜਾ ਇੰਟੈਲੀਜੈਂਟ ਲੋਕ ਨੇ ਉਹ ਜ਼ਿਆਦਾ ਅਟੈਂਪਟ ਕਰਨ ਡਿਫੀਕਲਟੀ ਕੁਐਸਚਨ ਨੂੰ ਔਰ ਜਿਹੜੇ ਲੋਅਰ ਗਰੁੱਪ ਆ ਉਹ ਘੱਟ ਕਰੇ। ਤਾਂ ਇਸ ਤਰ੍ਹਾਂ ਦੀ ਡਿਸਕ੍ਰਿਮੀਨੇਸ਼ਨ ਵੈਲਿਊ ਜਿਹੜੀ ਹੈ ਅਸੀਂ ਇਹ ਡਿਸਟਿੰਗੁਇਸ਼ ਕਰਨ ਲਈ ਬਣਾਈ ਜਾਂਦੀ ਹੈ ਕਿ ਜਿਹੜੇ ਮੋਰ ਇੰਟੈਲੀਜੈਂਟ ਨੇ ਉਹ ਕਿੰਨੇ ਨੇ ਔਰ ਜਿਹੜੇ ਲੈਸ ਨੌਲੇਜੇਬਲ ਸਟੂਡੈਂਟ ਨੇ ਉਹ ਕਿੰਨੇ ਨੇ, ਗਰੁੱਪਿੰਗ ਕੀਤੀ ਜਾ ਸਕੇ। ਔਰ ਇਹ 3 ਤਰ੍ਹਾਂ ਦੀ ਜਿਹੜੀ ਡਿਸਕ੍ਰਿਮੀਨੇਸ਼ਨ ਅਸੀਂ ਕਰਦੇ ਹਾਂ, ਪੋਜ਼ੀਟਿਵ ਡਿਸਕ੍ਰਿਮੀਨੇਸ਼ਨ ਹੈ, ਨੈਗੇਟਿਵ ਡਿਸਕ੍ਰਿਮੀਨੇਸ਼ਨ ਹੈ। ਪੋਜ਼ੀਟਿਵ ਡਿਸਕ੍ਰਿਮੀਨੇਸ਼ਨ ਤਾਂ ਅਸੀਂ ਰੈਮੀਡੀਅਲ ਪਰਪਜ਼ ਲਈ ਕਰਦੇ ਹਾਂ ਕਿ ਜਦੋਂ ਡਿਸਕ੍ਰਿਮੀਨੇਸ਼ਨ ਕੀਤੀ ਉਸ ਤੋਂ ਬਾਅਦ ਅਸੀਂ ਉਹਨਾਂ ਨੂੰ ਹੈਲਪ ਦੇ ਰਹੇ ਹਾਂ। ਠੀਕ ਹੈ। ਨੈਗੇਟਿਵ ਡਿਸਕ੍ਰਿਮੀਨੇਸ਼ਨ ਜਿਵੇਂ ਹੁਣੇ ਅਸੀਂ ਗੱਲ ਕਰ ਰਹੇ ਸੀ ਕਿ ਅਸੀਂ ਉਹਨਾਂ ਨੂੰ ਨਗੇਟ ਕਰਨਾ, ਬਾਹਰ ਕੱਢਣਾ ਚਾਹੁੰਦੇ ਹਾਂ, ਤਾਂ ਅਸੀਂ ਚਾਹੁੰਦੇ ਹਾਂ ਕਿ ਵੱਧ ਤੋਂ ਵੱਧ ਲੋਕ ਲੈਸ ਨੌਲੇਜੇਬਲ ਸ਼ੋ ਹੋ ਜਾਣ, ਜਿਵੇਂ PTET 'ਚ ਹੋ ਰਿਹਾ ਕਿ ਲੀਸਟ ਨੌਲੇਜੇਬਲ ਪੀਪਲ ਦੇ ਆ ਰਹੇ ਨਾ, ਜੋ ਟੀਚਰ ਨੇ ਉਹ ਬਹੁਤ ਘਟੀਆ ਨੌਲੇਜ ਬੇਸ ਦੇ ਨੇ, ਤਾਂ ਉਹਨਾਂ ਨੂੰ ਡਰੋਪ ਕਰਨਾ ਈਜ਼ੀ ਹੋ ਜਾਏਗਾ। ਤਾਂ ਅਗਲੇ ਪਾਸੇ ਹੁੰਦਾ ਕਿ ਇੱਕ ਤੁਸੀਂ ਇਹ ਵੀ ਕਹਿੰਦੇ ਹੋ ਕਿ ਕੋਈ ਡਿਸਕ੍ਰਿਮੀਨੇਸ਼ਨ ਵੈਲਿਊ ਕੰਸੀਡਰ ਹੀ ਨਾ ਕਰੋ, ਜਿਵੇਂ ਦਾ ਕੁਐਸਚਨ ਬਣ ਗਿਆ ਉਹ, ਜਿਵੇਂ ਸਾਡੇ ਨਾਰਮਲ ਪ੍ਰੈਕਟਿਸ ਹੈਗੀ ਹੈ। ਤਾਂ ਡਿਸਕ੍ਰਿਮੀਨੇਸ਼ਨ ਵੈਲਿਊ ਜਿਹੜੀ ਹੈ ਅਸੀਂ ਇਸ ਨੂੰ ਜੇਕਰ ਦੇਖਣਾ ਹੋਵੇ ਤਾਂ ਅਸੀਂ ਕਹਿੰਦੇ ਹਾਂ ਕਿ ਕਿਵੇਂ ਇੱਕ ਮੈਥਡ ਅਡੋਪਟ ਕੀਤਾ ਜਾਂਦਾ ਕਿ ਜਿਹੜਾ ਕੁਐਸਚਨ ਪੇਪਰ 40 ਬੱਚਿਆਂ ਨੇ ਅਟੈਂਪਟ ਕੀਤਾ ਉਸ ਨੂੰ ਲੈ ਲਿਆ ਜਾਂਦਾ ਔਰ ਉਹਦੀ ਸਕੋਰਿੰਗ ਕਰ ਲਈ ਜਾਂਦੀ ਹੈ। ਸਕੋਰਿੰਗ ਕਰਨ ਤੋਂ ਬਾਅਦ ਅਸੀਂ ਕੀ ਕਰਦੇ ਹਾਂ ਕਿ ਜਿਹੜਾ ਸਭ ਤੋਂ ਹਾਈਐਸਟ ਸਕੋਰ ਕਰਦਾ ਉਸ ਨੂੰ ਸਭ ਤੋਂ ਉੱਪਰ ਰੱਖਦੇ ਹਾਂ, ਲੀਸਟ ਉਸ ਤੋਂ ਥੱਲੇ ਕਰਦੇ ਹਾਂ। ਡਿਸੈਂਡਿੰਗ ਆਰਡਰ 'ਚ ਬੁੱਕਸ ਨੂੰ ਮਾਰਕਿੰਗ ਕਰਨ ਤੋਂ ਬਾਅਦ ਬੰਡਲ ਕਰ ਲਿਆ ਜਾਂਦਾ, ਉਹਦਾ ਗਰਾ ਲਗਾ ਲਿਆ ਜਾਂਦਾ, ਸਭ ਤੋਂ ਘੱਟ ਸਕੋਰ ਵਾਲਾ ਥੱਲੇ, ਸਭ ਤੋਂ ਹਾਈਐਸਟ ਸਕੋਰ ਵਾਲਾ ਉੱਪਰ। ਜਦੋਂ ਡਿਸੈਂਡਿੰਗ ਆਰਡਰ ਦੇ ਵਿੱਚ ਅਸੀਂ ਉਹਨੂੰ ਕਰ ਲੈਂਦੇ ਹਾਂ ਤਾਂ ਉਸ ਤੋਂ ਬਾਅਦ ਕੀ ਕਰਦੇ ਹਾਂ, ਅਪਰ ਜਿਹੜੇ ਹਾਈਐਸਟ ਹੁੰਦੇ ਆ ਅਸੀਂ ਉਹਦੇ 1/3 ਉੱਪਰ ਤੋਂ ਲੈ ਲੈਂਦੇ ਹਾਂ, ਹਾਈਐਸਟ 1/3 ਔਰ ਲੋਐਸਟ 1/3 ਲੈ ਲੈਂਦੇ ਹਾਂ ਔਰ ਵਿਚਕਾਰ ਵਾਲਾ 1/3 ਜਿਹੜਾ ਹੈ ਛੱਡ ਦਿੰਦੇ ਹਾਂ। ਫਿਰ ਅਸੀਂ ਇਹਨਾਂ ਦੇ ਵਿੱਚ ਜਿਹੜਾ
ਕੰਪੈਰੀਜ਼ਨ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਹਾਈਐਸਟ ਚੋਂ ਪਹਿਲੀ ਟੈਸਟ ਆਈਟਮ ਕਿੰਨੇ ਲੋਕਾਂ ਨੇ ਅਟੈਂਪਟ ਕੀਤੀ ਔਰ ਲੀਸਟ ਚੋਂ ਕਿੰਨਿਆਂ ਨੇ ਕੀਤੀ, ਮਿਡਲ ਆਰਡਰ ਚੋਂ ਕਿੰਨਿਆਂ ਨੇ ਕੀਤੀ, ਔਰ ਫਿਰ ਉਹਨਾਂ ਨੂੰ ਅਸੀਂ ਜਿਹੜਾ ਹੈ ਡਿਸਾਈਡ ਕਰਦੇ ਹਾਂ ਕਿ ਕਿਸ ਲੈਵਲ ਦੀ ਉਹ ਟੈਸਟ ਆਈਟਮ ਹੈ। ਇੱਕ ਫਾਰਮੂਲਾ ਹੈ ਕਿ P1 P2 ਜਿਹੜਾ ਹੈ ਉਹ ਦੋ ਗਰੁੱਪ ਨੇ, ਜਿਹੜੇ ਸਟੂਡੈਂਟ ਅਪਰ ਗਰੁੱਪ ਚੋਂ, ਹਾਈ ਇੰਟੈਲੀਜੈਂਟ ਗਰੁੱਪ ਚੋਂ ਜਿੰਨੇ % ਲੋਕ ਸਹੀ ਅਟੈਂਪਟ ਕਰਦੇ ਆ ਉਹਨਾਂ ਨੂੰ P1 ਕਹਾਂਗੇ, ਜਿਹੜੇ ਲੋਐਸਟ ਗਰੁੱਪ ਚੋਂ ਕਰਦੇ ਆ ਉਹਨਾਂ ਨੂੰ P2 ਕਹਾਂਗੇ, ਔਰ ਜਿਹੜੇ ਇਨਕਰੈਕਟ ਕਰਦੇ ਆ ਉਹਨਾਂ ਨੂੰ Q1 Q2 ਕਹਾਂਗੇ, ਔਰ ਟੋਟਲ ਕਿੰਨੇ ਨੰਬਰ ਨੇ ਇਹਨਾਂ ਨੂੰ ਇਸ ਫਾਰਮੂਲਾ 'ਚ ਪਾ ਕੇ ਅਸੀਂ ਡਿਸਕ੍ਰਿਮੀਨੇਸ਼ਨ ਵੈਲਿਊ ਕਿਸੇ ਦੀ ਡਿਸਾਈਡ ਕਰਦੇ ਹਾਂ ਆਈਟਮ ਦੀ, ਔਰ ਇਹ ਆਮ ਤੌਰ 'ਤੇ 1.96 ਤੋਂ ਜ਼ਿਆਦਾ ਹੋਣੀ ਚਾਹੀਦੀ ਹੈ। ਜੇਕਰ ਇਸ ਤੋਂ ਘੱਟ ਹੈ ਤਾਂ ਫਿਰ ਉਹ ਟੈਸਟ ਆਈਟਮ ਜਿਹੜੀ ਹੈ ਸਾਨੂੰ ਡਰੋਪ ਕਰਨੀ ਹੋਏਗੀ। ਤਾਂ ਇਸ ਤਰ੍ਹਾਂ ਨਾਲ ਅਸੀਂ ਇਹ ਟੈਸਟ ਆਈਟਮ ਦੀ ਡਿਸਕ੍ਰਿਮੀਨੇਸ਼ਨ ਵੈਲਿਊ, ਪਰ ਇਹ ਜ਼ਿਆਦਾਤਰ ਸਟੈਂਡਰਡ ਟੈਸਟ 'ਚ ਇਹ ਲਗਾਉਂਦੇ ਆ, ਨਾਰਮਲ ਟੈਸਟ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੁੰਦੀ ਜਿਹੜੇ ਅਸੀਂ ਕਲਾਸਰੂਮ ਦੇ ਵਿੱਚ ਬਣਾਉਂਦੇ। ਔਰ ਡਿਫੀਕਲਟੀ ਵੈਲਿਊ ਨੂੰ ਹੋਰ ਕੈਲਕੂਲੇਟ ਕਰਨ ਦਾ ਇੱਕ ਇਹ ਵੀ ਫਾਰਮੂਲਾ ਹੈ ਕਿ ਇਸ ਤਰ੍ਹਾਂ ਨਾਲ ਡਿਫੀਕਲਟੀ ਵੈਲਿਊ ਜਿਹੜੀ ਹੈ ਉਹ ਡਿਸਾਈਡ ਹੁੰਦੀ ਹੈ, ਔਰ ਹਰ ਬੱਚੇ ਦੀ ਹਰ ਕੁਐਸਚਨ ਦੀ ਡਿਫੀਕਲਟੀ ਵੈਲਿਊ ਦੇ ਨਾਲ ਨਾਲ ਉਹਦਾ ਟਾਈਮ ਜਿਹੜਾ ਹੈ ਉਹ ਵੀ ਮੈਜ਼ਰ ਕੀਤਾ ਜਾਂਦਾ। ਜਦੋਂ ਇਹ ਸਾਰਾ ਕੁਝ ਚੈੱਕ ਕਰ ਲਿਆ ਜਾਂਦਾ ਕਿ ਟੈਸਟ ਆਈਟਮ ਸਕੋਰਿੰਗ ਕੀ, ਡਿਫੀਕਲਟੀ ਵੈਲਿਊ ਸਾਰੀਆਂ ਕੁਝ ਹੋ ਗਿਆ, ਸਪਾਈਰਲ ਆਰਡਰ ਉਹਦਾ ਕਰ ਲਿਆ ਜਾਂਦਾ, ਅਰੇਂਜਮੈਂਟਸ ਕਰ ਲਈਆਂ ਜਾਂਦੀਆਂ, ਉਸ ਤੋਂ ਬਾਅਦ ਫਿਰ ਫਾਈਨਲ ਟੈਸਟ ਬਣਦਾ ਜਿਹਦੇ ਵਿੱਚ ਅਸੀਂ ਬਹੁਤ ਹਾਈਲੀ ਡਿਫੀਕਲਟ ਟੈਸਟ ਦੇ ਆਈਟਮ ਵੀ ਡਰੋਪ ਕਰ ਦਿੰਦੇ ਹਾਂ, ਬਹੁਤ ਈਜ਼ ਵਾਲੀਆਂ ਵੀ ਡਰੋਪ ਕਰ ਦਿੰਦੇ ਹਾਂ। ਇਸੇ ਕਾਰਨ ਕਿਹਾ ਜਾਂਦਾ ਕਿ ਜਿਹੜਾ ਫਾਈਨਲ ਡਰਾਫਟ ਹੋਏਗਾ ਉਹਦੇ 'ਚ ਟੋਟਲ ਟੈਸਟ ਆਈਟਮ ਫਸਟ ਡਰਾਫਟ ਨਾਲੋਂ ਘੱਟ ਜਾਣਗੀਆਂ। ਕਿਹਨੂੰ ਸਹੀ ਨਹੀਂ ਉਹ ਡਰੋਪ ਕਰ ਦਿੰਦੇ ਹਾਂ, ਤਾਂ ਇਹਦੇ ਨਾਲ ਸਾਡਾ ਜਿਹੜਾ ਹੈ ਜਾਂ ਜਿਹੜੀ ਬਹੁਤ ਈਜ਼ੀ ਵਾਲੀ ਆ ਉਹ ਵੀ ਡਰੋਪ ਕਰ ਦਿੱਤੀ, ਬਹੁਤ ਹਾਈਐਸਟ ਡਿਫੀਕਲਟੀ ਲੈਵਲ ਵਾਲੀ ਉਹ ਵੀ ਡਰੋਪ ਕਰ ਦਿੱਤੀ। ਕਈ ਵਾਰ ਅਸੀਂ ਐਕਸਪਰਟ ਓਪੀਨੀਅਨ ਵੀ ਲੈਂਦੇ ਹਾਂ। ਐਕਸਪਰਟ ਓਪੀਨੀਅਨ ਕੀ ਹੁੰਦਾ ਕਿ ਅਸੀਂ ਟੀਚਰ ਆਪਣੇ ਕਲੀਗ ਨੂੰ ਜਾਂ ਆਪਣੇ ਸੀਨੀਅਰ ਨੂੰ, ਆਪਣੇ ਮਤਲਬ ਗਾਈਡ ਨੂੰ ਦਿਖਾਉਂਦੇ ਹਾਂ, ਉਹ ਕਈ ਵਾਰ ਕੋਈ ਕੁਐਸਚਨ ਕਰ ਦਿੰਦੇ ਆ ਕਿ ਇਹ ਤਾਂ ਯਾਰ ਬਣਦਾ ਹੀ ਨਹੀਂ, ਕੁਐਸਚਨ ਹੀ ਨਹੀਂ ਬਣਦਾ। ਮੈਂ ਓਪੀਨੀਅਨ ਕਈ ਵਾਰ ਤੁਹਾਨੂੰ ਜਨਰਲ ਐਕਸਪੀਰੀਅੰਸ ਦੇ ਵਿੱਚੋਂ ਵੀ ਮਿਲਦਾ, ਤਾਂ ਅਸੀਂ ਇਸ ਕਰਕੇ ਵੀ ਉਹ ਟੈਸਟ ਆਈਟਮ ਡਰੋਪ ਕਰ ਦਿੰਦੇ ਹਾਂ, ਕਿਉਂਕਿ ਉਹ ਵੇਗ ਬਣ ਜਾਂਦੀ ਹੈ ਜਾਂ ਉਹ ਕਰੈਕਟ ਨਹੀਂ ਹੈ ਜਾਂ ਉਹ ਐਕੂਰੇਟ ਨਹੀਂ ਹੈ, ਤਾਂ ਫਿਰ ਇਸ ਤਰ੍ਹਾਂ ਵੀ ਟੈਸਟ ਆਈਟਮ ਡਰੋਪ ਹੋ ਜਾਂਦੀਆਂ ਨੇ। ਤਾਂ ਆਮ ਤੌਰ 'ਤੇ ਜਦੋਂ PhD ਦਾ ਕੋਈ ਸਕਾਲਰ ਆਪਣਾ ਕੋਈ ਕੁਐਸਚਨੀਅਰ ਬਣਾਉਂਦਾ ਹੈ ਅਚੀਵਮੈਂਟ ਦਾ, ਤਾਂ ਉਹ ਐਕਸਪਰਟ ਓਪੀਨੀਅਨ ਵੀ ਲੈਂਦਾ, ਤਾਂ ਅਸੀਂ ਐਕਸਪਰਟ ਓਪੀਨੀਅਨ ਦੇ ਬੇਸ 'ਤੇ ਵੀ ਕੁਛ ਆਈਟਮ ਡਰੋਪ ਕਰਦੇ ਹਾਂ। ਇਸ ਕਰਕੇ ਫਾਈਨਲ ਟਰਾਇਲ ਆਊਟ ਦਾ ਜਿਹੜੀ ਟੈਸਟ ਆਈਟਮ ਨੇ ਉਹ ਬਹੁਤ ਰੇਅਰ ਹੁੰਦੀਆਂ ਔਰ ਬਹੁਤ ਘੱਟ ਹੁੰਦੀਆਂ ਨੇ। ਉਸ ਤੋਂ ਬਾਅਦ ਹੈ ਇੰਸਟਰਕਸ਼ਨ ਜਿਹੜੀਆਂ ਨੇ ਕੰਡਕਟ ਦੀਆਂ, ਉਹ ਅਸੀਂ ਦਿੰਦੇ ਹਾਂ ਕਿ ਤੁਸੀਂ ਇੰਸਟਰਕਸ਼ਨ ਪੜ੍ਹਦੇ ਹੋਵੋਗੇ ਜਦੋਂ ਐਗਜ਼ਾਮ ਦਿੰਦੇ ਹੋ ਕਿ ਸਾਰੇ ਕੁਐਸਚਨ 12 ਨੰਬਰ ਦੇ ਆ, 4 ਨੰਬਰ ਦੇ, 8 ਨੰਬਰ ਦੇ ਆ, 5th ਕੁਐਸਚਨ ਜਿਹੜਾ ਹੈ ਉਹ ਕੰਪਲਸਰੀ ਹੈ, ਸਾਰਿਆਂ ਦੇ ਇਕੁਅਲ ਮਾਰਕਸ ਨੇ, ਇੰਨਾ ਟਾਈਮ ਮਿਲੇਗਾ ਵਗੈਰਾ। ਤਾਂ ਇਹ ਇੰਸਟਰਕਸ਼ਨ ਵੀ ਸਾਨੂੰ ਬਣਾਉਣੀਆਂ ਪੈਂਦੀਆਂ ਨੇ ਜਦੋਂ ਟੈਸਟ ਆਈਟਮ ਬਣਾਉਂਦੇ ਹਾਂ। ਔਰ ਉਸ ਤੋਂ ਬਾਅਦ ਜਿਹੜਾ ਫਾਈਨਲ ਟਰਾਈ ਆਊਟ ਹੁੰਦਾ ਹੈ, ਫਾਈਨਲ ਜਦੋਂ ਅਸੀਂ ਸੈਕੰਡ ਐਡਮਿਨਿਸਟ੍ਰੇਸ਼ਨ ਕਰਦੇ ਹਾਂ ਤਾਂ ਫਿਰ ਅਸੀਂ ਲਾਇਬਿਲਿਟੀ ਅਤੇ ਵੈਲਿਡਿਟੀ ਜਿਹੜੀ ਹੈ ਕੈਲਕੂਲੇਟ ਕਰਨੀ ਹੁੰਦੀ ਹੈ। ਇਸ ਤੋਂ ਬਾਅਦ ਇਹ ਟੈਸਟ ਜਿਹੜਾ ਹੈ ਸਟੈਂਡਰਡਾਈਜ਼ ਬਣਿਆ ਜਾਂਦਾ। ਤਾਂ ਇਸ ਤਰ੍ਹਾਂ ਨਾਲ ਅਸੀਂ ਟੈਸਟ ਜਿਹੜਾ ਹੈ ਉਹ ਪ੍ਰੀਪੇਅਰ ਕਰਨਾ ਹੁੰਦਾ। ਸਟੈਂਡਰਡਾਈਜ਼ ਕਿਵੇਂ ਕਰਦੇ ਹਾਂ, ਤਾਂ ਸਟੈਂਡਰਡਾਈਜ਼ ਉਹੀ ਹੈ ਕਿ ਜੇ 1000 ਤੋਂ ਉੱਪਰਲੇ ਗਰੁੱਪ 'ਤੇ ਲਗਾਉਂਦੇ ਹਾਂ, ਫਿਰ T ਸਕੋਰ ਜਾਂ Z ਸਕੋਰ ਲੈ ਕੇ ਅਸੀਂ, ਜਾਂ ਸਟੇਨ ਸਕੋਰ ਜਿਹੜਾ ਹੈ ਉਸ ਦੇ ਬੇਸਿਸ ਦੇ ਉੱਪਰ ਅਸੀਂ ਇਹਨਾਂ ਨੂੰ ਸਟੈਂਡਰਡਾਈਜ਼ ਕਰ ਲੈਂਦੇ ਹਾਂ। ਔਰ ਉਹਦੇ ਵਿੱਚ ਕਾਫੀ ਕੁਝ ਦੇਖਣਾ ਹੁੰਦਾ। ਉਹਦੇ ਵਿੱਚ ਅਸੀਂ ਜੈਂਡਰ ਦੇਖਦੇ ਹਾਂ, ਉਹਦੇ ਵਿੱਚ ਅਸੀਂ ਲੋਕੈਲ ਦੇਖਦੇ ਹਾਂ, ਔਰ ਉਹਦੇ ਵਿੱਚ ਅਸੀਂ ਏਜ ਗਰੁੱਪ ਦੇਖਦੇ ਹਾਂ। ਅਡੋਲੇਸੈਂਟ ਲਈ ਵੱਖਰੇ ਹੁੰਦੇ ਆ, ਅਡਲਟ ਲਈ ਵੱਖਰੇ ਹੁੰਦੇ ਆ, ਔਰ ਸੋਸ਼ੋ ਇਕਨੋਮਿਕ ਸਟੇਟਸ ਦੇ ਉੱਪਰ ਵੀ ਅਸੀਂ ਦੇਖ ਕੇ ਜਿਹੜਾ ਹੈ ਸਟੈਂਡਰਡਾਈਜ਼ ਕਰਦੇ ਹਾਂ। ਕਈ ਵਾਰ ਕੋਈ ਟੈਸਟ ਇਸ ਤਰ੍ਹਾਂ ਦਾ ਹੁੰਦਾ ਹੈ ਜਿਹੜਾ ਸੋਸ਼ੋ ਇਕਨੋਮਿਕ ਗਰੁੱਪ ਦੇ ਨਾਲ ਜਿਹੜਾ ਹੈ ਵੇਰੀ ਕਰ ਜਾਂਦਾ ਹੈ। ਜੋ ਪੂਅਰ ਸਟੂਡੈਂਟ ਹੈ, ਪੂਅਰ ਸਟਾਟਾ 'ਚੋਂ ਆਇਆ ਸਟੂਡੈਂਟ ਹੈ, ਉਹਦੇ ਲਈ ਉਹ ਰਿਲਾਇਬਲ ਨਹੀਂ ਹੋਏਗਾ। ਜਿਹੜਾ ਹਾਈ ਰਿਚ ਹੈ ਉਹਦੇ ਲਈ ਰਿਲਾਇਬਲ ਹੋਏਗਾ, ਕੋਈ ਮਿਡਲ ਕਲਾਸ ਲਈ ਰਿਲਾਇਬਲ ਹੋਏਗਾ। ਤਾਂ ਅਸੀਂ ਇਸ ਤਰ੍ਹਾਂ ਕਰਕੇ ਸਟੈਂਡਰਡਾਈਜੇਸ਼ਨ ਔਰ ਇੰਟਰਪ੍ਰੀਟੇਸ਼ਨ ਜਿਹੜੀ ਹੈ ਉਹ ਕਰਨੀ ਹੁੰਦੀ ਹੈ।